ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ? ਠੀਕ ਠਾਕ? ਬਿਲਕੁਲ ਠੀਕ ਹਾਂ ਜੀ। ਅੱਛਾ ਵੇਖੋ, ਗੱਲ ਇਹ ਹੈ ਕਿ ਅੱਜ ਦਾ ਜਿਹੜਾ ਸੰਸਾਰ, ਅੱਜ ਦਾ ਜਿਹੜਾ ਯੁੱਗ ਹੈ ਨਾ, ਅੱਜ ਦੇ ਇਸ ਯੁੱਗ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ, ਵੱਖ-ਵੱਖ ਤਰ੍ਹਾਂ ਦੇ ਲੋਕ ਸੋਸ਼ਲ ਨੈਟਵਰਕ ਮੀਡੀਆ ਜਿਹਨੇ ਆਜ਼ਾਦੀ ਦਿੱਤੀ ਹੋਈ ਹੈ ਬੋਲਣ ਦੀ, ਉਹਦੀ ਵਰਤੋਂ ਵੀ ਸਹੀ ਕਰ ਰਹੇ ਨੇ ਤੇ ਦੁਰਵਰਤੋਂ ਵੀ ਹੋ ਰਹੀ ਹੈ। ਪੰਜ ਉਂਗਲਾਂ ਨੇ ਸਾਡੇ ਤੇ ਪੰਜਾਂ ਉਂਗਲਾਂ ਨੂੰ ਅਸੀਂ ਵੇਖੀਏ ਤਾਂ ਉਹ ਬਰਾਬਰ ਨਹੀਂ ਹਨ। ਸਾਨੂੰ ਕੁਦਰਤ ਨੇ ਹੀ ਸਾਡੇ ਤੋਂ ਹੀ ਸ਼ੁਰੂਆਤ ਦੀ ਜਿਹੜੀ ਇੱਕ ਦਿੱਤੀ ਹੈ ਜੀ ਕਿ ਪੰਜੇ ਉਂਗਲਾਂ ਇੱਕ ਹੁੰਦੀਆਂ ਨਹੀਂ, ਹੈ ਨਾ। ਹਰ ਬੰਦੇ ਦੇ ਵਿਚਾਰ ਆਪਣੇ ਆਪਣੇ। ਸਰਕਾਰਾਂ ਚਾਹੁੰਦੀਆਂ ਨੇ ਜਾਂ ਨਹੀਂ ਚਾਹੁੰਦੀਆਂ, ਦੈਟਸ ਅ ਡਿਫਰੈਂਟ ਸਟੋਰੀ, ਪਰੰਤੂ ਅਸੀਂ ਉਹਨਾਂ ਦੇ ਚੁੰਗਲ ਦੇ ਵਿੱਚ ਆ ਕੇ, ਲੋਲੀਪੋਪ ਦੇ ਵਿੱਚ ਜਿਹੜੇ ਉਹ ਸਾਨੂੰ ਦਿੱਤੇ ਜਾਂਦੇ ਨੇ, ਮੋਹਤ ਹੋ ਕੇ ਵੋਟਾਂ ਪਾਉਂਦੇ ਆ, ਪਾ ਦਿੱਤੀਆਂ ਜਾਂਦੀਆਂ ਨੇ, ਸਰਕਾਰ ਚੁਣੀ ਜਾਂਦੀ ਹੈ, ਫਿਰ ਕਹਿੰਦੇ ਜੀ ਸਾਡਾ ਹਨੀਮੂਨ ਪੀਰੀਅਡ ਹੈ, ਫਿਰ ਸਾਨੂੰ ਸਮਾਂ ਦਿਓ। ਸਾਰੀਆਂ ਸਰਕਾਰਾਂ ਕਹਿੰਦੀਆਂ, ਚਾਹੇ ਉਹ ਕਾਂਗਰਸ ਸੀ, ਚਾਹੇ ਉਹ ਪੰਜਾਬ ਦੇ ਵਿੱਚ ਆਪਾਂ ਜੰਮੇ ਪਲੇ ਅਕਾਲੀ ਸੀ। ਹੁਣ ਨਵੀਂ ਸਰਕਾਰ ਨੇ ਆਪਣਾ ਜਿਹੜਾ ਕਦਮ ਰੱਖਿਆ ਤੇ ਇਸ ਸਰਕਾਰ ਨੂੰ ਵੀ ਸਮਾਂ ਦੇਣ ਦੀ ਗੱਲ ਕੀਤੀ ਜਾ ਰਹੀ, ਜਿਹੜਾ ਕਿ ਆਪਣੇ ਚਾਲੇ ਚੱਲਦਾ ਜਾ ਰਿਹਾ। ਹੁਣ ਮੈਂ ਗੱਲ ਕਰਾਂ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ। ਸਿਹਤ ਮੰਤਰੀ ਸਿੰਗਲਾ ਦੇ ਪਿੰਡ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ CM ਦੀ ਕਾਰਵਾਈ ਨੂੰ ਧੱਕਾ ਦੱਸ ਰਹੇ। ਧੱਕਾ ਵੀ ਸਾਡੇ ਬੰਦੇ ਨਾਲ ਧੱਕਾ ਹੋਇਆ। ਉਹਦੇ ਉੱਪਰ ਦੋਸ਼ ਲਾਉਣ ਵਾਲਾ SB ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਮੁਅੱਤਲ ਖੁਦ ਵੀ ਰਿਹਾ ਹੈ। ਹੁਣ ਮਾਮਲਾ ਇਹ ਹੈ ਕਿ ਉਹ ਰਿਹਾ ਮੁਅੱਤਲ ਹੋਇਆ ਨਹੀਂ ਹੋਇਆ, ਪਰ ਜਿਹੜਾ ਇਸ ਵਕਤ ਜਿਹੜੀ ਕਾਰਵਾਈ ਹੋਈ ਹੈ ਉਸ ਨੂੰ ਨਜਾਇਜ਼ ਠਹਿਰਾਉਣਾ, ਧੱਕਾ ਦੱਸਣਾ, ਇਹਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ? ਕੀ ਕਹਿਣਾ ਚਾਹੋਗੇ? ਇਸ ਦੁਨੀਆ ਦੇ ਵਿੱਚ ਜੀ, ਇਸ ਹਮਾਮ ਦੇ ਵਿੱਚ ਜਿਹੜਾ ਫੜਿਆ ਗਿਆ ਉਹ ਚੋਰ ਬਾਕੀ ਸਾਰੇ ਬਿਲਕੁਲ ਸਾਧ। ਇਸ ਵੇਲੇ ਜਿਹੜੀ ਸਿਚੁਏਸ਼ਨ ਚੱਲ ਰਹੀ ਉਹ ਸਾਰੀ ਇਹੀ ਚੱਲ ਰਹੀ। ਅੱਜ ਦੀ ਡੇਟ ਦੇ ਵਿੱਚ 2 ਹੋਰ ਮੰਤਰੀ ਹਿੱਟ ਲਿਸਟ ਤੇ ਨੇ ਭਗਵੰਤ ਮਾਨ ਦੀ। ਇੱਕ ਮੰਤਰੀ ਮਾਝੇ ਦਾ ਤੇ ਇੱਕ ਮੰਤਰੀ ਜਿਹੜਾ ਵਾ ਉਹ ਦੁਆਬੇ ਦਾ, ਤੇ 4 MLA ਵੀ ਹੈਗੇ ਨੇ। ਹਰਮੀਤ ਸਿੰਘ ਦੇ ਉੱਤੇ ਜਿਸ ਤਰੀਕੇ ਨਾਲ ਉਹਨੇ ਚੰਦੂ ਮਾਜਰੇ ਦੇ, ਹਰਿੰਦਰ ਸਿੰਘ, ਇੰਦਰਪਾਲ ਸਿੰਘ ਚੰਦੂ ਮਾਜਰੇ ਦੋਸ਼ ਲਾਏ ਨੇ ਕਿ ਭਾਈ ਇਹਨੇ ਆਪਣੀ ਜਾਣਕਾਰੀ 4 ਤੇ ਮੁਕੱਦਮੇ ਦਰਜ ਸੀ, ਇਹਨੇ ਆਪਣੀ ਜਾਣਕਾਰੀ ਛੁਪਾਈ, ਉਹਦੀ ਮੈਂਬਰਸ਼ਿਪ ਦੇ ਉੱਤੇ ਵੀ ਸੰਕਟ ਦੇ ਬੱਦਲ ਬਟਾ ਰਹੇ। ਡਾਕਟਰ ਬਲਬੀਰ ਸਿੰਘ ਤੇ ਗਿਆ, ਜਿਹਨੂੰ 3 ਸਾਲ ਦੀ ਸਜ਼ਾ ਹੋ ਗਈ ਹੈ। ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਦੇ ਉੱਤੇ ਵੀ ਰੇਡ ਹੋਏ ਸੀ, ED ਦਾ ਰੇਡ ਹੋਈ, ਉਹਦਾ ਪਤਾ ਨਹੀਂ ਜੇ ਕੀ ਬਣਨਾ ਕੀ ਨਹੀਂ ਬਣਨਾ। ਇਸ ਕਰਕੇ MLA ਤੇ ਮੰਤਰੀ ਜਿਹੜੇ ਹਿੱਟ ਲਿਸਟ ਨੇ, ਇਹਦੇ ਵਿੱਚ ਵੱਖਰੇ ਵੱਖਰੇ ਵਿਚਾਰ। ਜਿਹੜੀ ਕਾਂਗਰਸ ਕਹਿੰਦੀ ਜੀ ਕਮਿਸ਼ਨ ਦਾ ਝਗੜਾ ਸੀ, ਇਹ ਕਮਿਸ਼ਨ ਲੈਣਾ ਸੀ ਬਕਾਇਦਾ ਤੌਰ ਤੇ ਕੇਜਰੀਵਾਲ ਦੀ ਟੀਮ ਨੇ, ਇਹਨੇ ਮੰਗ ਲਿਆ ਤੇ ਇਹਨੂੰ ਕੈਟਾਗਰਾਈਜ਼ੇਸ਼ਨ ਕੀਤੀ। ਭਾਜਪਾ ਵਾਲੇ ਕਹਿੰਦੇ ਜੀ ਗੱਲ ਕੋਈ ਨਹੀਂ ਹੈਗੀ, ਸਿਰਫ ਜਿਹੜੀਆਂ ਗੁਜਰਾਤ ਦੀਆਂ ਤੇ ਹਿਮਾਚਲ ਦੀਆਂ ਚੋਣਾਂ ਦਿਸਦੀਆਂ, ਜਿਹਦੇ ਵਿੱਚ ਕੇਜਰੀਵਾਲ ਗੇਨ ਕਰਨਾ ਚਾਹੁੰਦਾ ਤੇ ਹੁਣ ਇਹੋ ਜਿਹੇ ਪਖੰਡ ਕਰੇਗਾ। ਪਖੰਡ ਕਰੇਗਾ, ਨਹੀਂ ਕਰੇਗਾ ਬਾਅਦ ਦੀ ਗੱਲ। ਲੇਕਿਨ ਇਸ ਵੇਲੇ ਮੈਂ ਕੱਲ ਵੀ ਗੱਲ ਸੀ, ਮੈਂ ਫਿਰ ਕਹਿੰਦਾ, ਭਾਵੇਂ ਉਹਨੇ 2% ਜਿਹੜੇ 58 ਕਰੋੜ ਦੇ ਟੈਂਡਰ ਦਿੱਤੇ ਸੀ, 1 ਕਰੋੜ 16 ਲੱਖ ਰੁਪਏ ਰਿਸ਼ਵਤ ਮੰਗੀ, ਦਿੱਤੀ ਕਿਸੇ ਨੇ, ਸਿਰਫ ਉਹਦੀ ਰਿਕਾਰਡਿੰਗ, ਇਹਦੋਂ ਦੀ ਕੁਛ ਨਹੀਂ। ਹੁਣ ਅਦਾਲਤ ਜੋ ਮੰਨ ਗਿਆ, ਉਹ ਕਹਿੰਦਾ ਜੀ ਲਿਆਓ, ਕਿੱਥੇ ਆ ਰਿਸ਼ਵਤ ਦਾ ਮਾਲ, ਕਿੱਥੇ? ਉਹ ਤੇ ਹੈ ਨਹੀਂ। ਕਹਿੰਦਾ ਫਿਰ ਤੁਸੀਂ ਕਾਰਵਾਈ ਕਦੀ ਕੀਤੀ? ਮੈਨੂੰ ਅੱਜ ਸਵੇਰੇ ਇੱਕ ਸਾਡੇ ਬੜੇ ਤਕੜੇ ਸਰੋਤੇ ਨੇ, ਉਹ TTI ਦੇ ਮੁਖੀ ਨੇ ਰੇਲਵੇ ਦੇ ਵਿੱਚ, ਉਹ ਕਹਿੰਦੇ ਸਾਡੀ ਵਿਜੀਲੈਂਸ ਨਹੀਂ, ਆਪਣੀ TT ਡਿਪਾਰਟਮੈਂਟ, ਉਹਦੇ ਵਿੱਚ ਬੰਦਾ ਉਦੋਂ ਜਾ ਕੇ ਬੜੀ ਕਰ ਦਿੰਦੇ। ਉਦੋਂ ਵੀ ਵੇਖੋ ਜੀ, ਜਦੋਂ ਤੁਸੀਂ ਕਹਿੰਦੇ ਜਾਓ ਜੀ ਜਿਹੜੇ ਹੈਰਾਨੀ ਕੀਤੀ, ਪੈਸੇ ਕਿੱਥੇ, ਕਿਸੇ ਪੈਸੇ ਦੀ ਨਹੀਂ, ਮਾਲ ਲਿਆਓ, ਮਾਲ ਜਿਹੜਾ ਫੜਿਆ ਕਿੱਥੇ ਆ, ਮਾਲ ਕਿੱਥੇ? ਕਹਿੰਦਾ ਜਦੋਂ ਮਾਲ ਹੀ ਨਹੀਂ ਹੈਗਾ ਤੇ ਫਿਰ ਦੋਸ਼ੀ ਕਿੱਥੋਂ ਬਣਾਤਾ ਤੁਸੀਂ? ਬੰਦੇ ਨੇ ਕਤਲ ਹੀ ਨਹੀਂ ਕੀਤਾ, 302 ਕਾਹਦੀ ਲਾ ਦਿੱਤੀ ਹੈ? ਇਸ ਕਰਕੇ ਭਾਵੇਂ ਇਹ ਕਾਹਲੀ ਚ ਕੀਤੀ ਗਈ ਹੈ ਜਾਂ ਕਿਉਂ ਕੀਤੀ ਗਈ ਹੈ, ਕਿਵੇਂ ਕੀਤੀ ਗਈ ਹੈ, ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਗੁਰਜੀਤ ਸਿੰਘ ਰਾਣਾ ਸੀ, ਉਹਦੇ ਬਕਾਇਦਾ ਤੌਰ ਤੇ ਸਥਾਪਿਤ ਹੋ ਗਏ। ਛੱਤਰ ਨੇ ਕਹਿਤਾ ਸੀ ਇਹਨੇ ਖੱਡਾ ਆਪਣੇ ਨਾਲ ਤੇ ਲਈਆਂ,
ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਫਿਰ ਜਾਂਚ ਕਰਾਈ, ਉਹਨੂੰ ਬਰੀ ਕਰਾਤਾ ਸੀ, ਲੇਕਿਨ ਮੰਤਰੀ ਨਹੀਂ ਸੀ ਬਣਿਆ ਦੁਬਾਰਾ। ਹਾਂਜੀ ਕਮਿਟਮੈਂਟ ਸੀ, ਤੈਨੂੰ ਦੁਬਾਰਾ ਮੰਤਰੀ ਬਣਾ ਦੂੰਗਾ। ਤੇ ਕੰਮ ਕਿਹਨੇ ਕੀਤਾ ਸੀ? ਸੁਖਪਾਲ ਸਿੰਘ ਖਹਿਰੇ। ਹੁਣ ਇਹਦੇ ਵਿੱਚ ਕਾਹਲੀ ਕੀਤੀ ਗਈ ਆ ਜਾਂ ਟੈਕਨੀਕਲ ਗੱਲ ਛੱਡ ਦਿੱਤੀ ਗਈ ਆ? ਮੈਂ 2-3 ਵਕੀਲਾਂ ਨੇ ਵੀ ਗੱਲ ਕੀਤੀ, ਉਹ ਕਹਿੰਦੇ ਜੀ ਵੇਖੋ ਭਾਜੀ ਇਸ ਗੱਲ ਦਾ ਬੈਨੀਫਿਟ ਨੂੰ ਮਿਲੇਗਾ ਤੇ ਰਿਕਵਰੀ ਕੋਈ ਨਹੀਂ। ਬਿਲਕੁਲ 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 ਬਿਲਕੁਲ, ਇਹ ਤੁਸੀਂ ਕੱਲ ਹੀ ਗੱਲ ਕਰ ਦਿੱਤੀ। ਜੀ ਜੀ ਜੀ। ਹੁਣ ਇਹਦੇ ਚ ਇਹ ਚੀਜ਼ ਆ ਵੀ ਚਲੋ ਤੁਸੀਂ ਫੜ ਲਿਆ, ਉਹਦੇ ਪਿੰਡ ਦੇ ਲੋਕ ਦੀ ਰਲੀ ਮਿਲੀ ਉੱਥੇ ਪ੍ਰਕਿਰਿਆ ਹੈਗੀ ਭੋਪਾਲ ਕਲਾਂ ਦੀ। ਵੇਖੋ ਹਰ ਬੰਦੇ ਦੇ ਕੰਮ ਕੀਤੇ ਹੋਣਗੇ ਉਹਨੇ, ਬਿਲਕੁਲ ਜਿਨ੍ਹਾਂ ਦੇ ਕੰਮ ਕੀਤੀ ਅੱਜ ਵਿੱਚ ਕਹਿੰਦੇ ਨੇ ਕਿ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਉਹਨੂੰ ਜਿੱਦਾਂ ਮਰਜ਼ੀ ਲੈ ਲਓ। ਅੱਜ ਜਿਨ੍ਹਾਂ ਨੇ ਕੰਮ ਕੀਤੇ ਨੇ, ਜਿਨ੍ਹਾਂ ਨੇ ਕਰਵਾਏ ਨੇ, ਜਿਨ੍ਹਾਂ ਨੇ ਨਾਲ ਖਾਧੀ, ਵੈਸੇ ਵੀ ਮਤਲਬ ਸ਼ਰਿਆਂ ਬੰਦਾ ਗੁਨਾਹਗਾਰ ਉਹਦੇ ਨਾਲ ਖੜਨ ਵਾਲੇ ਖੜਦੇ ਨੇ, ਖੜੇ। ਰਘੂ ਕੱਲ ਰੀਤ ਚੱਲੀ ਆ ਰਹੀ ਹੈ, ਪਤਾ ਹੈ। ਉਹਨਾਂ ਨੇ ਕਿਹਾ ਵੀ ਭਾਵੇਂ ਇਹ ਇੱਥੇ ਨੀਲੇ ਮਾਨਸਾ ਰਹਿੰਦੇ ਸੀ, ਬੇਸਿਕਲੀ ਜਿਵੇਂ ਹੱਥ ਦੇ ਅੰਦਰ ਖਾਣ ਚੋਟ ਤੇ ਫੌਜ ਹੁੰਦੇ ਨੇ, ਇਹ ਡੈਂਟਿਸਟ ਆ, ਇਹਨਾਂ ਦਾ ਆਪਣਾ ਕਲੀਨਿਕ ਆ, ਡਾਕਟਰ ਸਿੰਘ ਆਪਣਾ ਕਲੀਨਿਕ ਆ। ਅੱਜ ਉਹ ਵੀ ਬੰਦ ਹੈ। ਇਹਨਾਂ ਦੇ ਘਰ ਦੇ ਅੱਗੇ ਜਿਹੜੀ ਪੁਲਿਸ ਖੜੀ ਹੈ ਵੱਡੀ ਗਿਣਤੀ, ਘਰ ਦੇ ਦਰਵਾਜ਼ੇ ਬੰਦ ਨੇ। ਪੁਰਾਣਾ ਮਕਾਨ ਵੇਚ ਕੇ ਨਵੀਂ ਕੋਠੀ ਬਣਾਈ ਸੀ, ਉਹੀ ਇਹਨਾਂ ਦੇ ਜੋੜਾ ਚ ਪੈ ਗਈ। ਸਿਰਫ 16 ਦਿਨ ਪਹਿਲਾਂ ਇਹਨਾਂ ਨੇ ਉਹ ਕੋਠੀ ਸ਼ਿਫਟ ਕੀਤਾ ਹੈ। ਚਲੋ ਉਹ ਤਾਂ ਹੁਣ ਵਿਕੀ ਲਓ, ਕਿਉਂਕਿ ਉਹ ਸੁਣਨੀ ਨਹੀਂ ਹੋਈ। ਉਹ ਤਾਂ ਹੁਣ ਸੇਲ ਤੇ ਜਾਊਗੀ ਜਿਹਨੂੰ ਸੁਣਨੀ ਹੋਵੇ। ਹੁਣ ਜੇ ਇਹਨਾਂ ਦੀ ਜਾਇਦਾਦ ਦੀ ਗੱਲ ਕਰੀਏ ਜੀ, ਇਹਨਾਂ ਨੇ ਆਪਣੀ ਭਰੀ ਸੀ ਕਿ 6.5 ਕਰੋੜ ਮੇਰੀ ਜਾਇਦਾਦ ਦਾ ਸਾਰੀ ਜੀ, 6.5 ਕਰੋੜ ਦਾ। ਉਸ ਤੋਂ ਬਾਅਦ ਇਹਨਾਂ ਦੇ ਮਾਨਸਾ ਦੇ ਵਿੱਚ 2 ਮਕਾਨ ਹੈ, ਮਾਨਸਾ ਜ਼ਿਲ੍ਹੇ ਚ ਕੋਈ ਹੋਟਲ ਵਿੱਚ ਇੱਕ ਦੁਕਾਨ ਨਹੀਂ। ਇੰਨਾ ਕੁਛ ਹੋਣ ਦੇ ਬਾਵਜੂਦ ਸਿੰਗਲਰ ਸਾਹਿਬ ਜੇ ਤੁਸੀਂ ਆਹ ਕੰਮ ਕੀਤਾ ਤੇ ਸਿੱਟੇ ਤੇ ਭੁਗਤਣੇ ਪੈਣਗੇ ਨਾ। ਚਲੋ ਇਹਦੋਂ ਕਈ ਵੱਡੇ ਕਰੋੜਾਂ ਦੇ ਘਪਲੇ ਹੋਏ ਨੇ, ਮਤਲਬ ਉਹ ਤਾਂ ਪਤਾ ਹੀ ਕੋਈ ਨਹੀਂ ਕਿੰਨੇ ਤਬੂਤਾਂ ਦੇ ਹੋਏ ਨੇ। ਜਿਹੜਾ ਫੜੇਗਾ ਚੋਰ ਹੋ। ਹਾਂ ਬਸ ਤੁਸੀਂ ਸਹੀ ਗੱਲ ਕਿਹਾ। ਆਪਾਂ ਕਾਲ ਲੈ ਲਈਏ ਪਹਿਲਾਂ। ਜੀ ਵੈਲਕਮ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ, ਇੱਕ ਅੱਜ ਦੀ ਗੱਲ ਦੱਸਿਓ ਚਾਵਲਾ ਸਾਹਿਬ ਦੇ ਸ਼ਾਇਦ ਨੌਲੇਜ ਹੋਵੇ ਜੀ। ਇੱਕ ਇਹਨਾਂ ਨੇ ਕੱਲ ਨਾ ਖੜ ਸ਼ੰਕਰ ਦੇ ਵਿੱਚ ਇੱਕ ਚਿੱਟੇ ਦੇ ਖਿਲਾਫ ਪਰਚਾ ਦਰਜ ਕੀਤਾ, ਜਿਹਦੇ ਚ 5-7 ਬੰਦੇ ਇਹਨਾਂ ਨੇ ਮਤਲਬ ਪਾਏ, ਤੇ ਉਹਦੇ ਵਿੱਚ ਜਦੋਂ ਨਿਕਲੀ ਇੱਕ ਤਫਤੀਸ਼ ਕੀਤੀ ਗਈ ਤੇ ਇੱਕ ਮੁੰਡੇ ਨੂੰ ਮਰੇ ਨੂੰ ਵਿਚਾਰੇ ਨੂੰ 3 ਸਾਲ ਹੋ ਗਏ, ਉਹਦਾ ਵੀ ਪਰਚੇ ਦੇ ਵਿੱਚ ਨਾਂ ਪਿਆ। ਉਹਨਾਂ ਦੇ ਘਰਦਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਵੀ ਸਾਡਾ ਮੁੰਡਾ ਤੁਸੀਂ ਫੜ ਕੇ ਹੀ ਅੰਦਰ ਕਰ ਦਿਓ, ਕਮ ਸੇ ਕਮ ਜਿਉਂਦਾ ਤਾਂ ਹੋ ਜੂ, ਜਦ ਕਿ ਉਹ 3 ਸਾਲਾਂ ਪਹਿਲਾਂ ਹਾਰਟ ਅਟੈਕ ਨਾਲ ਮਰ ਗਿਆ ਸੀਗਾ ਜੀ। ਜੀ ਵੀਰੇ ਰਾਤੀ ਵੀ ਕਵਰ ਕੀਤੀ ਸੀ ਤੇ ਸਵੇਰੇ ਵੀ ਕਵਰ ਕੀਤੀ ਸੀ। ਮੈਂ ਚਾਵਲਾ ਸਾਹਿਬ ਸੁਣੀ ਨਹੀਂ, ਸੌਰੀ। ਸਾਡੀ ਪ੍ਰੋਬਲਮ ਪਤਾ, ਸਾਡੀ ਸਮੱਸਿਆ ਤੁਹਾਡੀ ਨਹੀਂ, ਸਾਡੀ ਸਮੱਸਿਆ ਹੈ ਕਿ ਸਾਡੇ ਕੋਲ ਟਾਈਮ ਜ਼ਿਆਦਾ ਹੈ। ਤੇ ਉਹਦੇ ਵਿੱਚ ਆ ਇੱਕ ਮੇਰਾ ਵੀਰ ਹੁਣੇ ਮੈਂ ਟੈਕਸ ਵੀ ਦਿਖਾ ਸਕਦਾ, ਮੈਂ ਦਿਖਾ ਸਕਦਾ ਇਹਦੇ ਤੁਸੀਂ ਪੂਰੀਆਂ ਖਬਰਾਂ ਨਹੀਂ ਸੁਣਾਉਂਦੇ, ਸਹੀ ਖਬਰਾਂ ਨਹੀਂ ਸੁਣਾਉਂਦੇ। ਹੁਣ ਸਾਡੀਆਂ ਖਬਰਾਂ ਵੰਡੀਆਂ ਹੋਈਆਂ ਨੇ, ਜਿਹੜੀਆਂ ਅਮਨ ਜੀ ਨੇ ਤਿੰਨਾਂ ਹਿੱਸਿਆਂ 'ਚ ਪੇਸ਼ ਕਰਨੀਆਂ, ਉਹ ਅਮਨ ਜੀ ਦੀ ਡਿਊਟੀ। ਹਿੰਦੀ ਸਮਾਚਾਰ ਦੇ ਵਿੱਚ ਲੋਕਲ ਕੀ ਘਟਨਾ ਵਾਪਰੀ ਅੰਜੂ ਜੀ ਲੈਂਦੇ ਨੇ, ਦੇਸ਼ ਵਿਦੇਸ਼ ਦੀਆਂ ਦੇ ਵਿੱਚੋਂ ਹਿੰਦੀ ਲੈਂਦੇ। ਮੈਂ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਤੇ ਆਰਟੀਕਲ ਲੈਣਾ। ਪੱਟੀ ਸਾਹਿਬ ਆਪਣੇ ਤਰੀਕੇ ਨਾਲ, ਮਿੰਟੂ ਜੀ ਆਪਣੇ ਤਰੀਕੇ ਨਾਲ, ਕੀਦਾ ਸਾਹਿਬ ਆਪਣੇ ਤਰੀਕੇ ਨਾਲ। ਪਰ ਉਹਦੇ ਬਾਵਜੂਦ ਵੀ ਮੈਨੂੰ ਨਾ ਸ਼ਰਮ ਹੁੰਦੀ ਹੈ ਕਿਸੇ ਵੇਲੇ ਮਹਿਸੂਸ, ਯਾਰ ਇੰਨਾ ਮੈਂ ਮਿਹਨਤ ਕਰਦਾ, 8 ਘੰਟੇ ਲਗਾਤਾਰ ਮੇਰੀ ਨਾ ਢੂਈ ਵੀ ਦੁਖਣ ਲੱਗ ਪਈ ਹੁਣ ਤਾਂ। ਉਹਦੇ ਬਾਵਜੂਦ ਹੀ ਕੋਈ ਆ ਕੇ ਕਹੇ ਜੀ ਆਹ ਖਬਰ, ਹਾਲਾਂਕਿ ਉਦੋਂ ਬਾਅਦ ਉਸ ਵੀਰ ਦਾ ਫੋਨ ਨਹੀਂ ਆਇਆ, ਕਿਉਂਕਿ ਬਾਅਦ ਵਿੱਚ ਅਮਨ ਜੀ ਖਬਰਾਂ ਫੇਰ ਸੁਣਾ ਕੇ ਗਏ, ਸਵੇਰੇ ਵੀ ਸੁਣਾਈਆਂ, ਕੱਲ ਵੀ ਸੁਣਾਈਆਂ, ਅੱਜ ਵੀ ਸੁਣਾਈਆਂ। ਤੁਹਾਡੇ ਵਾਲੀ ਗੱਲ ਜਿਹੜੀ ਆ ਨਾ ਪਰਚੇ ਵਾਲੀ, ਮਰੇ ਪਰਚੇ ਦੇ, ਉਹ ਪੁਲਿਸ ਵਾਲਾ ਕਹਿੰਦਾ ਕਿ ਸਾਡੇ ਕੋਲ ਜੀ ਉਹ ਗਲਤੀ ਨਾਲ ਮੈਂ ਸਾਈਨ ਕਰ ਬੈਠਾ। ਪੱਟੀ ਸਾਹਿਬ ਬਾਕੀ ਦੱਸ ਦਿਓ ਤੁਸੀਂ। ਹਾਂਜੀ ਠੀਕ ਹੈ, ਮਿਹਰਬਾਨੀ। ਸੌਰੀ ਜੀ, ਜਿਹੜੀ ਗੱਲ ਇਹ ਕਹਿ ਰਿਹਾ ਜੀ ਉਹ ਖਬਰ ਆਪਣੀ ਹੋ ਗਈ, ਜੇ ਆਪਾਂ ਉਹਦੇ ਪਰ ਤੌਰ ਤੇ ਫਿਰ ਆਪਣੀ ਬਸ ਉਹੀ ਚੱਕਰ। ਅਗਲੀ ਕਾਲ ਲੈ ਲਈ, ਇਹ ਖਬਰ ਸੁਣਾ ਚੁੱਕੇ ਆ ਜੀ ਅਸੀਂ ਵੀ, ਸੌਰੀ। ਹਾਂਜੀ ਅਗਲੀ ਕਾਲ। ਹੈਲੋ। ਹਾਂਜੀ ਚਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਪੱਟੀ ਸਾਹਿਬ ਪੁੱਛਾ ਜੀ, ਉਹ ਇੱਕ ਮੋਬਾਈਲ ਤੋਂ ਹਲਕਾ ਪਾਇਲ ਲੁਧਿਆਣੇ ਤੋਂ ਆਪਣੇ ਇੰਜੀਨੀਅਰ ਮਨਵਿੰਦਰ ਸਿੰਘ, ਉਹ ਐਮਐਲਏ ਸੀ ਗਿਆਸਪੁਰ। ਹਾਂਜੀ, ਤੇ ਉਹਦਾ ਪੰਗਾ ਪਿਆ ਸੀ ਡੀਐਸਪੀ ਨਾਲ ਨਸ਼ੇ ਦੇ ਬਾਰੇ, ਬੜਾ ਤਗੜਾ ਵੇਚਾ ਪਿਆ ਸੀ। ਅਸੀਂ ਤੁਹਾਨੂੰ ਸਮਝਾਇਆ ਸੀ, ਮੈਂ ਵਧਾਈਆਂ ਵੀ ਦਿੱਤੀਆਂ ਸੀ। ਮੈਂ ਕਿਹਾ ਭਾਈ ਆਪਣਾ ਰਸਤਾ ਜਿਹੜਾ ਸੰਭਲ ਕੇ ਚੱਲਿਓ, ਬੜਾ ਕੇ ਦੁੱਖ ਭੋਗਿਆ ਤੁਸੀਂ, ਆਪਣੀ ਟਰਮ ਵੀ ਪੰਗਾ ਬਹੁਤੇ ਪੰਗੇ ਲਿਓ। ਇਹਦਾ ਮਤਲਬ ਟਰਮ ਪੂਰੀ ਕਰੋ। ਇਹਦਾ ਮਤਲਬ ਵੇਖੋ ਹੁਣ ਤੁਸੀਂ, ਸੌਰੀ ਮੈਂ ਸੱਚ ਬੋਲਣ ਲੱਗਾ, ਤੁਹਾਨੂੰ ਚੁੱਭ ਜਾਣਾ। ਇਹਦਾ ਮਤਲਬ ਟਰਮ ਪੂਰੀ ਕਰੋ। ਹਾਂਜੀ ਮੈਂ ਨਹੀਂ, ਸੁਣੋ ਜੋ ਹੁੰਦਾ ਹੋਈ ਜਾਂਦੇ। ਪੱਟੀ ਸਾਹਿਬ ਤੁਸੀਂ ਕੀ ਕਹੋ? ਇੱਕ ਮਿੰਟ ਹੋਰ ਰੱਖੋ, ਤੁਹਾਡੀ ਗੱਲ ਪੜ ਲਈ। ਕੰਮ ਕਰੋ, ਪੰਗੇ ਬਹੁਤੇ ਨਾਲ ਲਓ। ਮੈਂ ਕਹਿੰਦਾ ਮਤਲਬ ਕੀ ਕਿ ਸਾਹਮਣੇ ਗਰੇ ਸ਼ਰੇਆਮ ਗਲਤ ਕੰਮ ਹੋ ਰਿਹਾ ਤੇ ਗਿਆਸਪੁਰਾ ਸਾਹਿਬ ਨਾਲ ਬੜਾ ਪੰਗਾ ਲਿਆ ਜੀ ਉਹਨੇ। ਮੈਂ ਕਹਿੰਦਾ ਉਹਨੂੰ ਸਾਇਲੈਂਟ ਕਰ ਦੇ, ਉਹਨੂੰ ਚੱਕ ਦੂਗੇ।
ਨਹੀਂ ਮਤਲਬ ਇਹਦਾ ਮਤਲਬ ਫਿਰ ਗੁਰੂ ਦਾ ਸਿੱਖ ਤਾਂ ਨਾ ਹੋਇਆ ਉਹ ਜੇ ਇਹਨਾਂ ਦੁੱਖ ਝੱਲੇ ਜੀ। ਮੈਂ ਉਹਨੂੰ ਕਹਿੰਦਾ ਵੀ ਆਪਣਾ ਨਹੀਂ ਤੁਸੀਂ ਉਹਨੂੰ ਮੋਟੀਵੇਟ ਨਹੀਂ ਕੀਤਾ ਤੁਸੀਂ ਉਹਨੂੰ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਨਾ ਕਰੋ, ਸੰਭਲ ਕੇ ਚੱਲੋ। ਪੱਟੀ ਸਾਹਿਬ ਇੱਕ ਮਿੰਟ ਹੋਰ ਰੱਖੋ, ਤੁਸੀਂ ਦੂਜੇ ਨੂੰ ਬੋਲ ਲੈਣ ਦਿਓ। ਪੱਟੀ ਸਾਹਿਬ ਹਾਂਜੀ ਹਾਂਜੀ ਬੋਲੋ ਜੀ। ਜਿਹੜੀ ਗੱਲ ਵੀਰ ਜੀ ਦੀ ਗੱਲ ਇਹ ਇਹਨਾਂ ਦੀ ਭਾਵਨਾ ਬੋਲ ਰਹੀ ਹੈ। ਹਾਂਜੀ ਕਿਉਂ ਗਿਆਸਪੁਰਾ ਸਾਹਿਬ ਨੂੰ ਇਹ ਬੜੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਜਿਨ੍ਹਾਂ ਵਾਕਈ ਬੜੇ ਸੰਕਟ ਚੱਲੇ। ਹਾਂਜੀ ਤੇ ਝੱਲੇ ਵੀ ਲੋਕਾਂ ਦੀ ਖਾਤਰ, ਸਮਾਜ ਦੀ ਖਾਤਰ, ਆਪਣੇ ਵਾਸਤੇ ਨਹੀਂ ਲਿਖਦੇ। ਹੁਣ ਛਿੱਲੜ ਤੇ ਉਹਦੇ ਤੇ ਜੀ ਪਟੌਦੀ ਦਾ ਤੇ ਹੁਣ ਛਿੱਲੜ ਗੁਰਗਾਉਂ ਦਾ ਉਹਨੇ ਹਾਈਲਾਈਟ ਕੀਤਾ, ਉਹਦੇ ਕਰਕੇ ਉਹਨੂੰ ਸਾਰਾ ਗਈ, ਉਹਦੀ ਨੌਕਰੀ ਵੀ ਸਾਰਾ ਕੁਝ। ਨਹੀਂ ਤੇ ਉਹਦੇ ਫਲਸਰੂਪ ਹੀ ਤੁਹਾਨੂੰ ਐਮਐਲਏ ਬਣਿਆ ਨਾ ਉਹ ਭਾਜੀ। ਲੇਕਿਨ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ, ਤੇਰੀ ਗੱਲ ਕਹਿੰਦੇ ਸੰਭਲ ਕੇ ਚੱਲਦੇ, ਅਸੀਂ ਵੀ ਗੱਲ ਕਰਦੇ ਹਾਂ, ਲੇਕਿਨ ਅਸੀਂ ਕਹਿੰਦੇ ਸੱਚ ਬੋਲੋ ਤਾਂ ਪਿੱਛੇ। ਹਾਂਜੀ ਅਸੀਂ ਸਾਨੂੰ ਸੱਚ ਬੋਲਣਾ ਨਹੀਂ ਰੋਕਦੇ ਜੀ। ਸੰਭਲ ਕੇ ਚੱਲਿਓ, ਫਿਰ ਸੱਚ ਨਾ ਬੋਲਿਓ ਤਾਂ ਕੀ ਹੋ ਗਿਆ? ਹਾਂ ਸੰਭਲ ਕੇ ਸੰਭਲ ਕੇ ਚੱਲਣਾ ਤੇ ਸੱਚ ਨੂੰ ਇਗਨੋਰ ਕਰ ਦੇਣਾ, ਮਤਲਬ ਮੈਨੂੰ ਸੰਭਲ ਕੇ ਚੱਲਣ ਦੀ ਡੈਫੀਨੇਸ਼ਨ ਨਹੀਂ ਸਮਝ ਲੱਗੀ। ਭੱਟੀ ਸਾਹਿਬ ਦੱਸੋਗੇ ਮਾੜਾ ਸੰਭਲ ਚ ਚੱਲਣ ਦੀ ਕੀ ਮੈਨੂੰ ਤਾਂ ਰੋਜ਼ ਹੀ ਕਹਿੰਦੇ ਨੇ ਕਿ 4 ਮੋਢੇ ਵੀ ਰੱਖ ਲਾ। ਮੈਂ ਕਿਹਾ ਕੋਈ ਨਹੀਂ, ਇੱਥੇ ਤੇ ਚੱਕ ਲੈਂਦੇ ਆ ਬੰਦੇ ਨੂੰ। ਮਤਲਬ ਸੰਭਲ ਕੇ ਚੱਲਣ ਦਾ ਮਤਲਬ ਇਹ ਹੈ ਕਿ ਤੁਸੀਂ ਸੱਚ ਬੋਲ ਰਹੇ ਹੋ। ਸੱਚ ਬੋਲਣ ਦਾ ਆਪਣਾ ਤਰੀਕਾ ਵੀ ਹੁੰਦਾ। ਜਦੋਂ ਠਾਹ ਸੁੱਟਾ ਮਾਰੋਗੇ ਤੇ ਫਿਰ ਤੁਹਾਡੇ ਭਾਵੇਂ ਸੱਚ ਨਾਲ ਸੱਚ ਬੋਲੇ ਵੀ ਤਾਂ ਵੀ ਤੁਹਾਡੇ ਤੇ ਕੋਈ ਨਾ ਕੋਈ ਘਟਨਾ ਵਾਪਰੇ। ਅੱਖ ਆਪਣਾ ਰਾਂਝਾ ਰਾਜੀ, ਕਿਸੇ ਤੋਂ ਕੀ ਲੈਣਾ। ਬਿਲਕੁਲ ਬਿਲਕੁਲ। ਮੂਸੇਵਾਲਾ ਥਾਪੀਆਂ ਮਾਰਨ ਵਾਲੀਆਂ ਵੀਡੀਓ ਲਾ ਰਿਹਾ, ਨਵੇਂ ਗਾਣੇ ਲਾ ਰਿਹਾ। ਕਹਿੰਦਾ ਮੈਂ ਕਈ ਵਾਰੀ ਗੱਲ ਤਾਂ ਸੁਣਾਈ ਆ ਕਿ ਜੇ ਕੋਈ ਕਿਸੇ ਬੰਦਾ ਜਾਂਦਾ ਵਾ ਤੇ ਕਿਸੇ ਬੱਚੇ ਨੂੰ ਕਹੋ ਨਾ ਵੀ ਤੇਰੇ ਫਾਦਰ ਜਾਂਦੇ, ਕਹਿੰਦਾ ਹਾਂ ਮੇਰੇ ਫਾਦਰ ਜਾਂਦੇ। ਤੇਰੀ ਮਾਂ ਦਾ ਜੇ ਉਹਨੂੰ ਕੋਈ ਤੇਰੀ ਮਾਂ ਦਾ ਕਸਮ ਜਾਂਦਾ ਕਿ ਡਾਂਗ ਹੋਣ ਵਾਲੇ ਜੀ, ਗੱਲ ਤੋਂ ਕੋਈ ਫਰਕ ਨਹੀਂਗਾ, ਲੇਕਿਨ ਗੱਲ ਕਰਨ ਦਾ ਤਰੀਕਾ ਵਾ। ਬਸ ਗੱਲ ਤੇ ਆ ਵੀ ਜੇ ਉਹਨੂੰ ਦੱਸਿਆ ਹੋਊਗਾ, ਜੇ ਉਹਨੂੰ ਪੰਜਾਬੀ ਦੇ ਵਿੱਚ ਦੱਸਿਆ ਹੋਊਗਾ, ਗੁਰਬਾਣੀ ਦੇ 1430 ਪੰਨੇ ਉਹਨੂੰ ਪੜ੍ਹਾਏ ਹੋਵੇਗੀ ਨਾ, ਤੇ ਉਹਨੂੰ ਖਸਮ ਦੇ ਬਾਰੇ ਵੀ ਪਤਾ ਹੋਊਗਾ ਕਿ ਖਸਮ ਕੋ ਮਾੜਾ ਲਫ਼ਜ਼ ਨਹੀਂ, ਮੇਰੇ ਮਾਂ ਦਾ ਘਰ ਵਾਲਾ ਹੀ ਆਏ। ਖਸਮ ਲਫ਼ਜ਼ ਬਾਣੀ ਦੇ ਵਿੱਚ ਵੀ ਆਉਂਦਾ। ਪਰ ਗੱਲ ਤੇ ਆ ਨਾ ਭਈ ਰੱਖੇ ਪਾਠੀ ਪਾਠ ਕਰਨ ਦੀ ਫੀਸ ਦੇ ਦਿੱਤੀ, ਸਾਨੂੰ ਇਹਨਾਂ ਲਫ਼ਜ਼ਾਂ ਦੇ ਨਾਲ ਖਿਝ ਆਉਣੀ ਸ਼ੁਰੂ ਹੋ ਗਈ ਹਨਾ। ਨਹੀਂ ਚੱਲਣਾ ਸਭ ਸਾਡੇ ਸਮਾਜਿਕ ਜਿਹੜੀ ਸਮਾਜਿਕ ਗੱਲਾਂ ਉਹ ਸੱਚੀਆਂ ਹੁੰਦੀਆਂ, ਕੋਈ ਗੱਲ ਨਹੀਂ, ਲੇਕਿਨ ਉਹਨਾਂ ਦਾ ਕਰਨ ਦਾ ਤਰੀਕਾ ਹੁੰਦਾ। ਬਸ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜੇ ਬੱਚੇ ਨੂੰ ਕੱਲ ਚਲੋ ਇੱਥੇ ਆਪਾਂ ਸਮਾਂ ਕਾਲੀ ਵੇਸਟ ਕਰਨਾ, ਫਾਇਦਾ ਹੀ ਕੋਈ ਨਹੀਂ। ਜਿਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ ਭੱਟੀ ਸਾਹਿਬ, ਉਹਦਾ ਫਾਇਦਾ ਹੀ ਕੀ ਗੱਲ ਕਰਨ ਦਾ ਹਨਾ। ਖਸਮ ਲਫ਼ਜ਼ ਮਾੜਾ ਲਫ਼ਜ਼ ਤਾਂ ਹੈ ਨਹੀਂ। ਉਹ ਤੇਰੀ ਮਾਂ ਦਾ ਖਸਮ ਜਾਂਦਾ। ਜੇ ਅਸੀਂ ਗੁਰਬਾਣੀ ਨੂੰ ਸੰਖਿਆ ਲਈ ਹੋਊਗੀ ਤੇ ਜੇ ਗੁਰਸਿੱਖ ਹੋਊਗਾ ਕਹੋ ਠੀਕ ਆ ਅੰਕਲ, ਠੀਕ ਵਧੀਆ ਗੱਲ ਆ, ਹਾਂਜੀ ਚਾਚਾ ਠੀਕ ਆ, ਮੇਰੀ ਮਾਂ ਦਾ ਘਰ ਵਾਲਾ ਹੀ ਆ, ਖਸਮ ਉਹਨੂੰ ਕਹਿੰਦੇ ਆ, ਗੱਲ ਨਹੀਂ ਗੀ ਕੋਈ। ਉਹ ਸਿੰਗਲਾ ਦੇ ਫੜੇ ਜਾਣ ਦੀ ਖੁਸ਼ੀ ਮਨਾ ਰਹੇ ਸਿੱਧੂ ਮੂਸੇਵਾਲਾ। ਹਾਂਜੀ ਦੇਖੋ ਸਿੱਧੂ ਮੂਸੇ ਨੇ ਖੁਸ਼ੀ ਕੀ ਮਨਾਉਣੀ ਆ। ਸਿੱਧੂ ਮੂਸੇਵਾਲੇ ਤੇ ਜਿਹੜਾ ਅਸੀਂ ਕੁਝ ਹੋਰ ਹੀ ਕਿਹਾ, ਉਹਨੇ ਕਿਹਾ ਸੀ ਵੀ ਹੁਣ ਵੇਖੋ ਜੀ ਸਾਰੀਆਂ ਭੇਡਾਂ ਦੇ ਮਰ ਜਾਣਾ ਜਿਹੜਾ ਸਭ ਤੋਂ ਖਤਰਨਾਕ ਹੁੰਦਾ। ਮਤਲਬ ਇੱਕ ਪਾਸੇ ਤੁਰ ਪਿਆ ਨਾ ਢੇਡ ਦਾ ਕੰਮ ਹੁੰਦਾ ਵੀ ਸਾਰੀ ਇੱਕ ਤੁਰ ਪਈ ਖੁਦ ਡਿੱਗੀ ਜਾਣਾ, ਖੁਦ ਬਚੂਗਾ। ਤੇ ਇੱਕ ਉਹਨਾਂ ਨੇ ਗੱਲ ਹੋਰ ਕਹੀ ਸੀਗੀ ਬਾਬੇ ਨਾਨਕ ਬਾਰੇ, ਜਿਹੜੀ ਗੱਲ ਕੀਤੀ ਸੀ ਉਹਨਾਂ ਨੇ ਵੀ ਉਹਨੂੰ ਪੁੱਛਿਆ ਜਾਏ ਵੀ ਸਿੱਧੂ ਸਾਹਿਬ ਤੁਹਾਡਾ ਕੀ ਵਿਚਾਰ ਆ। ਉਦੋਂ ਵੀ ਉਹਨਾਂ ਕਿਹਾ ਸੀ ਵੇਖ ਮਰਦਾਨਿਆ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਵਦੇ ਜਿਹੜੀ ਦੂਜਿਆਂ ਨੂੰ ਮਾਰ। ਪਰ ਇੱਥੇ ਮੈਂ ਸਹਿਮਤ ਨਹੀਂ ਉਹਨਾਂ ਨਾਲ। ਨਹੀਂ ਤੁਸੀਂ ਨਾਲ ਸਹਿਮਤ ਉਹਦੀ ਗੱਲ ਕੀਤੀ। ਠੀਕ ਹੈ ਜੀ, ਮੈਂ ਉਹਦੀ ਗੱਲ ਸੀ ਜੋ ਉਹਨੂੰ ਜਵਾਬ ਦਿੱਤਾ। ਅੱਛਾ ਜੀ, ਆਪਾਂ ਤਾਂ ਬਹੁਤ ਸਾਰੀ ਗੱਲਾਂ ਸਹਿਮਤ ਉਹਨਾਂ ਦੀ ਨਹੀਂ ਹੈਗੀ। ਨਹੀਂ ਉਹਨੂੰ ਇਹਨੂੰ ਮਾਰਿਆ ਤੇ ਹੈ ਹੀ ਨਹੀਂ, ਲੋਕਾਂ ਨੂੰ ਮਾਰਿਆ। ਉਹ ਤੇ ਵੋਟਾਂ ਨਾਲ ਜਿੱਤਿਆ, ਲੋਕਾਂ ਨੂੰ ਗੁੰਮਰਾਹ ਹੋ ਕੇ ਜਿਤਾਇਆ। ਜੀ ਜੀ ਜੀ। ਉਹਨੇ ਕੀ ਕੀਤਾ ਜੀ, ਜਦੋਂ ਸਿੰਗਲਾ ਜਿੱਤਿਆ ਸੀ, ਸਿੰਗਲੇ ਦੇ ਜਿਹੜੇ ਸਾਥੀ ਸੀਗੀ ਉਹਨਾਂ ਜਾ ਕੇ ਸਿੱਧੂ ਮੂਸੇਵਾਲੇ ਦੇ ਘਰ ਅੱਗੇ ਜਾ ਕੇ ਇੱਕ 6911 ਟਰੈਕਟਰ ਖੜਿਆ ਸੀ, ਇੱਕ ਆਇਸ਼ਰ ਖੜਿਆ ਸੀ। 6911 ਟਰੈਕਟਰ ਦਾ ਗੀਤ ਗਾਇਆ ਸੀ ਬਕਾਇਦ ਉੱਤੇ ਮੂਸੇਵਾਲੇ ਦਾ, ਤੇ ਇਹਨਾਂ ਨੇ ਉਹ ਆਇਸ਼ਰ ਦੇ ਨਾਲ 6911 ਖਿੱਚਿਆ ਸੀ। ਹੁਣ ਇਹਨਾਂ ਨੇ ਖਿੱਚਿਆ ਜਾ ਕੇ ਜਿਹੜੇ ਇਹਦੇ ਹਮਦਰਦ ਦੇ ਮੁੰਡੇ, ਉਹਨਾਂ ਨੇ 6911 ਕਰਕੇ ਉਹਨੇ ਆਇਸ਼ਰ ਖਿੱਚਿਆ ਉਹਦਾ, ਤੇ ਨਾਲੇ ਉੱਥੇ ਭੰਗੜੇ ਪਾਏ ਤੇ ਨਾਲੇ ਜਿੰਦਾਬਾਦ ਤੇ ਮੁਰਦਾਬਾਦ ਦੀ ਗੱਲਾਂ ਕਰਨੀਆਂ ਕੀਤੀਆਂ ਉਹਨਾਂ ਨੇ ਉੱਥੇ। ਲੇਕਿਨ ਨਹੀਂ ਚਾਹੀਦਾ ਭਾਈ, ਵੇਖੋ ਚੋਣ ਆ, ਚੋਣ ਤੋਂ ਬਾਅਦ ਤੁਸੀਂ ਜਿਹੜਾ ਜਿੱਤ ਗਿਆ, ਜਿਹੜਾ ਹਾਰ ਗਿਆ ਫਿਰ ਕੀ ਹੈ, ਫਿਰ ਆ ਜੂਗੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀ ਚੋਣਾਂ ਆਉਂਦੀਆਂ ਜਿੰਨੇ ਹਾਰਦੇ ਵੀ ਰਹੇ ਜਿੱਤਦੇ ਵੀ ਰਹਿੰਦੇ ਆ, ਲੇਕਿਨ ਅਸੀਂ ਆਪਣੇ ਇਖਲਾਕ ਨੂੰ ਜਿਹੜਾ ਉਹ ਨਹੀਂ ਛੱਡਣਾ, ਜਿਹਦੀ ਸੇਵਾ ਕਰਦੇ ਰਹਾਂਗੇ ਜੀ। ਚਲੋ ਅਗਲੀ ਕਾਲ ਲੈ ਲਈਏ। ਜੀ ਜੀ ਕਾਲ। ਹੈਲੋ। ਹਾਂਜੀ ਚੱਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਮੇਰੇ ਦੋ ਕੁਐਸਚਨ ਨੇ। ਪਹਿਲਾ ਕੁਐਸਚਨ ਇਹ ਹੈ, ਜੋ ਜਥੇਦਾਰ ਸਾਹਿਬ ਹੋਣਾ ਦੀ ਆਈਓ ਸੀਗੀ, ਉਹਨਾਂ ਨੇ ਜੋ ਕੁਝ ਕਿਹਾ, ਇੱਕ ਉਹਦੇ ਬਾਰੇ ਦੱਸਿਓ। ਤੇ ਦੂਜਾ ਗੀਤਾ ਸਾਹਿਬ ਇੱਕ ਇਹ ਵੀ ਦੱਸਿਓ ਕਿ ਮਤਲਬ ਜਿੱਦਾਂ ਹੁਣ ਸੁੱਚਾ ਸਿੰਘ ਛੋਟੇਪੁਰ ਨੂੰ ਇਹਨਾਂ ਨੇ ਬਾਹਰ ਕੀਤਾ ਸੀਗਾ, ਉਦੋਂ ਵੀ ਰਿਕਾਰਡਿੰਗ ਕਹਿੰਦੇ ਸੀਗੀ, ਹੁਣ ਕੀ ਰਿਕਾਰਡਿੰਗ ਇਹ ਜਨਤਕ ਕਰਨਗੇ ਕਿ ਹਾਂ ਵੀ ਆਹ ਕੁਝ ਇਹਨਾਂ ਨੇ ਲਿਆ ਸੀਗਾ ਏਦਾਂ ਕੁਝ? ਕਿਉਂਕਿ ਜੱਜ ਵੀ ਆ, ਉਹ ਪਹਿਲਾਂ ਸਬੂਤ ਦੇਦਾ, ਫਿਰ ਬਾਅਦ ਵਿੱਚ ਹੀ ਉਹ ਸਜ਼ਾ ਸੁਣਾਉਂਦਾ। ਇਹਨਾਂ ਨੇ ਮੇਰਾ ਖਿਆਲ ਸਬੂਤ ਬਹੁਤੇ ਦੇਖੇ ਨਹੀਂ, ਤਾਂ ਸਜ਼ਾ ਪਹਿਲੇ ਸੁਣਾਤੀ। ਇੱਕ ਇਹਦੇ ਬਾਰੇ ਦੱਸੀ। ਜਥੇਦਾਰ ਸਾਹਿਬ ਬਾਰੇ ਤੇ ਵੀਰ ਜੀ 3 ਦਿਨ ਤੋਂ ਆਪਾਂ ਲਗਾਤਾਰ ਬੋਲ ਚੁੱਕੇ ਹਾਂ, ਇਹਨੂੰ ਕਰਾਂਗੇ ਪਾਉਜ਼। ਤੇ ਰਹੀ ਸੁੱਚਾ ਸਿੰਘ ਛੋਟੇਪੁਰ ਵਾਲੀ ਗੱਲ, ਉਹ ਤੇ ਰਿਕਾਰਡਿੰਗ ਸਾਹਮਣੇ ਆਉਂਦੀ ਹੈ। ਜੇ ਆਉਣੀ ਹੁੰਦੀ ਤੇ ਚੋਣਾਂ ਵੇਲੇ ਕੱਢ ਲਿਆਉਣੀ ਸੀ ਇਹਨਾਂ ਨੇ, ਜਦੋਂ ਅਕਾਲੀ ਦਲ 'ਚ ਸ਼ਾਮਲ ਕੀਤਾ ਸੀ। ਪਿਆ ਫੜੋ, ਬਾਕੀ ਪੱਟੀ ਸਾਹਿਬ ਦੱਸ ਦਿੰਦੇ। ਹਾਂਜੀ, ਬਿਲਕੁਲ ਠੀਕ ਕਹਿ ਰਹੇ ਤੁਸੀਂ ਜੀ। ਅੱਜ ਤੱਕ ਜਿੰਨਿਆਂ ਵੀ ਬੰਦਿਆਂ ਦੇ ਖਿਲਾਫ ਐਕਸ਼ਨ ਲਿਆ, ਕਿਸੇ ਦੀ ਰਿਕਾਰਡਿੰਗ ਬਾਹਰ ਆਈ? ਕਿਸੇ ਦੀ ਰਿਕਾਰਡਿੰਗ ਕਿਸੇ ਦੀ ਬਾਹਰ ਵਿਖਾ ਦਿੱਤੀ, ਕਿਸੇ ਦੀ ਆਈ ਹੋਵੇ? ਜਦੋਂ ਰਿਕਾਰਡਿੰਗ ਨਹੀਂ ਬਾਹਰ ਆਈ ਤੇ ਬਾਕੀ ਕੀ ਹੈ? ਇਹ ਥੋੜੀ ਗੱਲ ਕਿ ਕਿਸੇ ਨੂੰ ਤੁਹਾਨੂੰ ਸ਼ਿਕਾਇਤ ਕਰਦੇ ਆ ਕੇ ਤੁਸੀਂ ਕੱਢ ਕੇ ਬਾਹਰ ਮਾਰੋ। 10 ਜੂਨ 2015 ਨੂੰ ਜਿਹੜਾ ਤੋਬਲ ਨੂੰ ਕੱਢਿਆ ਸੀ, ਚਲੋ ਉਹ ਡਿਗਰੀਆਂ ਜਾਲੀ ਸੀਗੀਆਂ, ਉਹ ਤੇ ਇੱਕ ਰਿਕਾਰਡ ਸੀ, ਉਹਦੀ ਗੱਲ ਵੱਖਰੀ ਹੈਗੀ। 31 ਅਗਸਤ 2016 ਨੂੰ ਸੰਦੀਪ ਕੁਮਾਰ ਨੂੰ ਕੱਢਿਆ ਗਿਆ, ਇੱਕ ਛੀੜੀ ਸੀ ਕੋਈ, ਉਹ ਛੀੜੀ ਵਿਖਾਈ ਕਿਸੇ ਨੂੰ ਕਿਹੜੀ ਕਿੰਨੀ ਹੈਗੀ? ਕਹਿੰਦੇ ਜੀ ਛੀੜੀ ਸੀ ਮੇਰੀ ਇਹਦੇ ਕੋਲ। ਇਹ ਕਿਹੜੀ ਵੱਡੀ ਗੱਲ, ਕਿੰਨੀ ਵੱਡੀ ਗੱਲ ਹੈਗੀ? ਉਸ ਕੇਸ ਤੁਸੀਂ ਕੱਢ ਦਿੱਤਾ। ਫਿਰ ਤੁਸੀਂ 2 ਕਰੋੜ ਦਾ ਇਲਜ਼ਾਮ ਲਾਇਆ ਜਿਹੜਾ ਸੀ ਕਪਿਲ ਮਿਸ਼ਰਾ, ਉਹਦੀ ਕੋਈ ਛੀੜੀ ਵਿਖਾਈ, ਉਹਦੀ ਕੋਈ ਵੀਡੀਓ ਵਿਖਾਈ? ਤੱਕ ਬਸ ਸ਼ਿਕਾਇਤ ਆ ਗਈ ਜੀ, ਕੱਢ ਦਿੱਤਾ। ਇੰਨੀ ਵੀ ਜਿਹੜੀ ਡਿਕਟੇਟਰਸ਼ਿਪ ਆ ਨਾ, ਉਹ ਚੰਗੀ ਨਹੀਂ ਹੁੰਦੀ। ਮੈਂ ਤੇ ਇਹ ਵੀ ਗੱਲ ਕਹੂੰਗਾ ਕਿ ਜੇ ਇਹਨਾਂ ਨੂੰ ਬਕਾਇਦਾ ਤੌਰ ਤੇ ਕਾਰਵਾਈ ਕੀਤੀ ਸੀ, ਪਹਿਲਾਂ ਇੱਕ ਮੌਕਾ ਦੇ ਦੇ ਉਹਨੂੰ ਤੇ ਆਪਣੀ ਤੁਸੀਂ ਸਪਸ਼ਟੀਕਰਨ ਦਿਓ ਜੀ, ਤੁਸੀਂ ਪੈਸੇ ਮੰਗੇ। ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਮੇਰੇ ਕੋਲ ਮੰਨਿਆ, ਉਹ ਕਹਿੰਦਾ ਮੰਨੇ ਨਹੀਂ, ਮੇਰੇ ਨਾਲ ਗੱਲ ਹੀ ਕੋਈ ਨਹੀਂ ਹੋਈ। ਸਿੱਖਲਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਹੋਈ। ਜੇ ਗੱਲ ਨਹੀਂ ਹੋਈ ਤੇ ਫਿਰ ਮਾਨ ਸਾਹਿਬ, ਪਰ ਉਹ ਤੇ ਕਮਰਾ ਨੰਬਰ ਵੀ ਦੱਸਦੇ ਜਿੱਥੇ ਮਤਲਬ ਸਾਰੀ ਗੱਲਬਾਤ ਹੋਈ ਹੈ, ਕਮਰਾ ਨੰਬਰ ਵੀ ਲਿਖਦੇ ਨੇ। ਉਹ ਤੇ ਮੀਡੀਆ ਦੀ ਗੱਲ ਆਉਂਦੀ। ਪਰ ਗੱਲ ਇਹ ਆ ਕਿ ਕਾਲੀ ਕਰ ਗਏ, ਜੇ ਇੰਨੀ ਰਿਕਾਰਡਿੰਗ ਕਰ ਲਈ, ਇੱਕ ਦਿਨ ਹੋਰ ਉਹਨੂੰ ਪੈਸੇ ਦੇ ਕੇ ਭੇਜ ਦਿੰਦੇ ਤੇ ਉੱਤੇ ਜਿੱਦਾਂ ਉਹ ਵਿਜੀਲੈਂਸ ਵਾਲੇ ਪੈਸੇ ਦੇ ਕੇ ਭੇਜ ਦਿੰਦੇ, ਫਿਰ ਕਾਰਵਾਈ ਕਰਦੇ, ਫਿਰ ਬੰਦੇ ਠੀਕ। ਹਾਂ, ਤੇ ਇੱਥੇ ਤੇ ਮੈਨੂੰ ਹੁਣ ਗਰੇਵਾਲ ਦੀ ਪਹਿਲੀ ਵਾਰੀ ਗੱਲ ਚੰਗੀ ਲੱਗੀ ਹੈ, ਜਿਹੜਾ ਭਾਜਪਾ ਵਾਲਾ ਵੀ ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ। ਮੈਨੂੰ ਪਹਿਲੀ ਵਾਰੀ ਲੱਗੀ ਹੈ ਵੀ ਅਣਜਾਣ ਵੀ ਤੇ ਪਹਿਲੀ ਵਾਰੀ ਉਹਦੀ ਗੱਲ ਦੇ ਵਿੱਚ ਕੋਈ ਮੈਨੂੰ ਦਾਵੇਂ ਲੱਗਾ ਕਿ ਜੀ ਬਈ ਤੁਸੀਂ ਇੰਨਾ ਕੁਝ ਕਰ ਲਿਆ ਤੇ ਉਹਨੂੰ ਰਿਸ਼ਵਤ ਵੀ ਫੜਾ ਦਿਓ ਜਿਹੜੀ ਮੰਗਦਾ ਉਹ। ਹਨਾ, ਹੁਣ ਵੇਖੋ ਉਹ ਪਿੰਡ ਵਾਲੇ ਕੀ ਕਹਿੰਦੇ, ਪਿੰਡ ਬੰਦੇ ਤੇ ਸਾਡੀ ਕਿਸਮਤ ਹੀ ਮਾੜੀ। ਮਾਨਸਾ ਜ਼ਿਲ੍ਹੇ ਬਾਰੇ 27 ਸਾਲਾਂ ਬਾਅਦ ਮਾਨਸਾ ਜ਼ਿਲ੍ਹੇ ਨੂੰ ਬਕਾਇਦਾ ਤੌਰ ਤੇ ਇੱਕ ਮੰਤਰੀ ਮਿਲਿਆ, ਜਿਹੜਾ ਕੈਬਨਿਟ ਮਿਨਿਸਟਰ ਸੀਗਾ। ਪਹਿਲਾਂ ਇੱਕ ਰਾਜ ਮੰਤਰੀ ਮਿਲਿਆ ਸੀਗਾ ਗਾਗੋਵਾਲ, ਉਹ ਵੀ ਮੇਰੇ ਖਿਆਲ ਭੱਠਲ ਨੇ ਬਣਾਇਆ ਸੀ ਉਹਨੂੰ। ਲੇਕਿਨ 27 ਸਾਲਾਂ ਬਾਅਦ ਜੇ ਮਿਨਿਸਟਰ ਮਿਲਿਆ ਤਾਂ ਲੋਕਾਂ ਨੇ ਖੁਸ਼ੀ ਮਨਾਈ ਕਿ ਸਾਡੇ ਮਾਨਸਾ ਦੇ ਮਿਨਿਸਟਰ ਤੇ ਮਿਲਿਆ। ਲੇਕਿਨ ਇਹ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਤੇ ਆਪਣੇ ਰਿਸ਼ਤੇ ਉਲਝ ਕੇ ਰਹਿ ਗਏ। ਹੁਣ 13 ਬੰਦਿਆਂ ਦੀ ਹੋਰ ਸ਼ਨਾਖਤ ਕੀਤੀ ਗਈ ਹੈ ਕਿ ਜਿਹੜੇ ਬੰਦੇ ਇਸ ਗੋਰਖ ਧੰਦੇ 'ਚ ਲੱਗੇ ਸੀ, ਉਹ ਬੰਦੇ ਕਿਹੜੇ ਕਿਹੜੇ ਜੀ। ਸਾਰੇ ਭਗੌੜੇ ਨੇ, ਫੋਨ ਬੰਦ ਨੇ। ਇਹਦਾ ਮਤਲਬ ਕਿਤੇ ਕਿਤੇ ਉਹਨਾਂ ਦੀ ਵਿਕਾਈ ਹੈਗੀ, ਆਉਣ ਵਾਲੇ ਸਮੇਂ ਨਿਕਲ ਆਊਗਾ ਤਾਂ ਉਹਨਾਂ ਦੀ ਕਹਾਣੀ ਹੈਗੀ। ਚਲੋ, ਮੇਰੇ ਨਾਲ 2 ਲਾਈਨਾਂ ਫਲੈਸ਼ ਹੋ ਕਰ ਰਹੀਆਂ ਨੇ, ਦੇਖਦੇ ਹਾਂ ਅਗਲੀ ਕਾਲ। ਵੈਲਕਮ ਜੀ। ਹਾਂਜੀ ਚਾਵਲਾ ਵੀਰੇ, ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਮੈਂ ਚਲੋ ਇੱਥੇ ਕਿਸੇ ਪੱਤਰਕਾਰ ਤੋਂ ਸੁਣਿਆ ਵਾ ਖਬਰਾਂ ਦੇ ਵਿੱਚ, ਚਲੋ ਨਾਂ ਤਾਂ ਨਹੀਂ ਦਿੰਦਾ ਮੈਂ, ਉਹ ਕਹਿੰਦੇ ਵੀ ਉਹ ਵਿਜੇ ਜਿਹੜਾ ਡਾਕਟਰ ਸਿੰਗਲਾ ਵਾ, ਉਹ ਮੰਨਿਆ ਵਾ ਭਗਵੰਤ ਮਾਨ ਹੋਣਾ ਕੋਲੇ ਵੀ ਮੈਂ ਹਾਂ ਗਲਤੀ ਕੀਤੀ ਆ। ਜੇ ਉਹ ਮੰਨ ਗਿਆ ਫਿਰ ਤਾਂ ਦੋਸ਼ੀ ਹੈਗਾ ਹੀ ਹੈਗਾ ਵਾ। ਹਾਂ ਵੀਰੇ, ਇਹ ਗੱਲ ਅਸੀਂ ਕੱਲ ਵੀ ਬੋਲੀ ਆ ਤੇ ਅਖਬਾਰਾਂ 'ਚ ਵੀ ਆਈ। ਕੱਲ ਨੂੰ ਕੋਰਟ ਦੇ ਵਿੱਚ ਜਾ ਕੇ ਉਹਨੇ ਕਿਹੜਾ ਇਹਨੂੰ ਡੰਡੇ ਦੇ ਜੋਰ ਨਾਲ ਬਣਾਇਆ ਮੈਨੂੰ। ਹਾਂਜੀ, ਪਰ ਇਹਨਾਂ ਮੰਨਿਆ ਤਾਂ ਹੈਗਾ, ਫਿਰ ਦੋਸ਼ੀ ਤਾਂ ਨਹੀਂ, ਫਿਰ ਤਾਂ ਪੱਟੀ ਦੋਸ਼ੀ ਹੈਗਾ ਜੀ, ਮੰਨ ਗਿਆ ਜਦੋਂ। ਮੈਂ ਤਾਂ ਨਹੀਂ ਗੱਲ ਮੰਨਦਾ ਜੀ, ਕੋਰਟ ਜਾ ਕੇ ਉਹਨੇ ਗੱਲ ਕਹਿਣੀ ਹੈ ਜੀ ਮੈਨੂੰ ਡੰਡੇ ਦੇ ਜੋਰ ਨਾਲ ਬਣਾਇਆ ਇਹਨਾਂ ਨੇ। ਠੀਕ ਸੀ, ਚਲੋ ਮੈਂ ਤਾਂ ਕਹਿੰਦਾ ਵਧੀਆ ਗੱਲ ਹੋਈ, ਵੈਸੇ ਬਾਕੀ ਨੂੰ ਵੀ ਕੰਨ ਹੋਣਗੇ ਜਿਹੜੇ ਨਾ। ਨਹੀਂ ਵਧੀਆ ਤਾਂ ਇਹ ਕਹਿੰਦੇ, ਵਧੀਆ ਤੁਸੀਂ ਕਹਿੰਦੇ ਬਾਕੀ ਵੀ ਜਿਹੜੇ ਅੱਗੇ ਚੋਰ ਵੀ ਫੜੋ। ਬਿਲਕੁਲ ਫੜਨੇ ਚਾਹੀਦੇ, ਬਿਲਕੁਲ ਫੜਨੇ ਚਾਹੀਦੇ ਹਨ। ਬਾਕੀ ਚੋਰ ਫੜੋ, ਚੰਗੀ ਗੱਲ। ਅਸੀਂ ਤੇ ਮੈਂ ਤੇ ਕੱਲ ਗੱਲ ਕਹੀ ਸੀ, ਪਿਛਲੇ 10 ਸਾਲ ਦਾ ਰਿਕਾਰਡ ਖੰਗਾਲੋ, ਬੜੀਆਂ ਮੱਛੀਆਂ ਕਾਬੂ ਆਈਆਂ ਤੁਹਾਡੇ ਉੱਥੇ, ਜਿਨ੍ਹਾਂ ਨੇ ਪੰਜਾਬ ਨੂੰ ਰੱਜ ਕੇ ਲੁੱਟ ਕੇ ਖਾਧਾ ਵਾ। ਚਲੋ ਕੱਲ ਨੂੰ ਹੁਣ ਕੋਰਟ ਦੇ ਵਿੱਚ ਬਰੀ ਹੁੰਦਾ, ਜੇ ਨਹੀਂ ਹੁੰਦਾ ਉਹ ਆਪਣੇ ਜਿਹੜੇ ਫਿਰਦੇ ਧਰਮ ਸੋਧ ਹੋਣੇ, ਉਹਨਾਂ ਨੇ ਪੁੱਛਿਆ ਹੀ ਕਿਸੇ ਨੇ ਕੁਛ ਨਹੀਂਗਾ।
ਉਹ ਤਾਂ ਬਾਜੀ ਦੀ ਬਰੀ ਕਰਦੇ ਧਰਮ ਉਧਰ ਕਿੰਨਾ ਖਾ ਗਿਆ ਬਹੁਤ ਕੋਈ ਹੁਣੀ ਪਹਿਲਾਂ ਤੋਤਾ ਸੋਹਣਾ ਘਟਾਲਾ ਹੋਇਆ ਖੇਤੀਬਾੜੀ ਮੰਤਰੀ ਸੀਗਾ ਦਵਾਈਆਂ ਦਾ। ਵੀਰੇ ਸ਼ਰੇਆਮ ਕਹਿੰਦਾ ਸੀ ਜਿਨਕਾ ਖਾਇਆ ਉਹ ਨਹੀਂ ਬੋਲਤੇ ਲਾਲੂ ਹਾਂਜੀ ਉਹ ਪਰ ਕੱਢਿਆ ਜਾ ਕੇ ਐਕਸ਼ਨ ਤਾਂ ਲਿਆ ਵਾ ਸੀਐਮ ਨੇ ਬੜੇ ਦੇਰ ਬਾਅਦ ਲਿਆ ਨਾ, ਉਦੋਂ ਤੱਕ ਤਾਂ ਬਹੁਤ ਕੁਝ ਹੋਰ ਬਣਾ ਗਿਆ ਸੀ, ਪਤਾ ਨਹੀਂ ਕਿੰਨਾ ਕੁਝ। ਚਲੋ ਇਹ ਵਧੀਆ ਗੱਲ ਆ ਕਿ ਸ਼ੁਰੂਆਤ ਹੋਈ, ਪਰ ਲੂਪ ਹੋਲ ਬੜੇ ਨੇ ਛੱਡ ਗਏ ਜਿਹੜੇ ਬਹੁਤ ਜ਼ਿਆਦਾ ਨੇ, ਜਿੱਥੋਂ ਸ਼ਰੇਆਮ ਬਰੀ ਹੁੰਦੇ ਨਜ਼ਰ ਆ ਰਹੇ ਨੇ। ਆਪਾਂ ਅਗਲੀ ਕਾਲ ਲੈ ਲਈ। ਹੈਲੋ, ਸਤਿ ਸ਼੍ਰੀ ਅਕਾਲ ਚਾਵਲਾ ਜੀ, ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਮੈਂ ਤਾਂ ਇੰਨਾ ਪੁੱਛਿਆ ਕਿ ਤੁਹਾਡੇ ਨੌਲੇਜ ਹੈ ਆਪਣੇ ਜਦੋਂ ਪਹਿਲਾਂ 49 ਦਿਨ ਦੀ ਕੇਜਰੀਵਾਲ ਦੀ ਦਿੱਲੀ ਸਰਕਾਰ ਸੀ ਨਾ, ਉਹ ਤੋਂ ਬਾਅਦ ਵਿੱਚ ਦੁਬਾਰਾ ਜਦੋਂ ਮੁੱਖ ਮੰਤਰੀ ਬਣਿਆ, ਉਹ ਜਿਹੜਾ ਦਰਮਿਆਨ ਜਿਹੜਾ ਗੈਪ ਪਿਆ ਸੀ ਨਾ, ਉਹਦੇ ਵਿੱਚ ਇਹ ਪ੍ਰਚਾਰ ਪ੍ਰਚੂਰ ਆਪਣਾ ਦਿੱਲੀ ਦਾ, ਉਹਦੇ ਦਰਮਿਆਨ ਇਹਦੇ ਤੇ ਬਿਜਲੀ ਚੋਰੀ ਦਾ ਕੇਸ ਦਰਜ ਹੋਇਆ ਸੀ। ਆ ਫੋਟੋਆਂ ਚਾਵਲਾ ਜੀ ਮੈਂ ਤੁਹਾਨੂੰ ਭੇਜੀਆਂ ਆਪਣੇ ਤਾਰਾਂ ਲਾਉਂਦੇ ਦੀਆਂ। ਇਹ ਅਸਲ 'ਚ ਹੋਇਆ ਕੀ ਸੀਗਾ? ਹੈਲੋ ਬ੍ਰਦਰ, ਇੱਕ ਮਿੰਟ ਮੈਂ ਆਗਿਆ ਨਹੀਂ ਦੇਵਾਂਗਾ ਕਿਉਂਕਿ ਸਟੋਰੀ ਕੋਈ ਹੋਰ ਸੀ। ਮੈਨੂੰ ਯਾਦ ਹੈ ਇਹ ਕੁੰਡੀਆਂ ਜਿਹੜੀਆਂ ਲੋਕਾਂ ਦੀਆਂ ਲਾਈਆਂ ਸੀ ਉਹ ਉਸ ਵਕਤ ਲਾਉਂਦੇ ਪਏ ਸੀਗੇ। ਇਹ ਵੀ ਜਾਂਚ ਤੇ ਜਨਾਬ ਨਹੀਂ ਇੱਕ ਤਰਫਾ ਨੇ ਮੈਂ ਚੱਲਣ ਦਊਂਗਾ। ਵਿਦ ਡਿਊ ਰਿਸਪੈਕਟ, ਨਹੀਂ ਨੋ ਡਿਊ ਰਿਸਪੈਕਟ, ਮੈਂ ਇਸ ਵਿਸ਼ੇ ਦੇ ਉੱਤੇ ਜਿੰਨਾ ਚਿਰ ਪ੍ਰੋਪਰ ਆਪਾਂ ਇਹਨੂੰ ਲਫੋਲ ਨਹੀਂ ਲੈਂਦੇ ਮੈਂ ਤੁਹਾਨੂੰ ਕੋਈ ਆਗਿਆ ਨਹੀਂ ਦੇਵਾਂਗਾ, ਠੀਕ ਹੈ ਜੀ? ਕਿਉਂਕਿ ਮੈਨੂੰ ਪਤਾ ਨਾ ਕਿ ਹਾਊ ਟੂ ਰਨ ਦਿਸ ਸ਼ੋ। ਕਿਉਂ ਭੱਟੀ ਸਾਹਿਬ? ਜੀ ਕਿਸੇ ਦੀ ਸ਼ਾਰਟਕਟ ਕਰਕੇ ਛੋਟੀ ਜੀ ਫੋਟੋ ਲਾ ਕੇ ਥੱਲੇ ਉਸ ਵਕਤ ਕੀ ਵਾਪਰਿਆ ਸੀ ਕੀ ਨਹੀਂ ਵਾਪਰਿਆ ਸੀ, ਇਹ ਕੁੰਡੀਆਂ ਲਾਉਣ ਗਏ ਸੀ ਜਿਹੜੇ ਲੋਕ ਲਾਉਂਦੇ ਸੀ। ਭੱਟੀ ਸਾਹਿਬ ਉਸ ਵਕਤ ਇਹ ਦਿੱਲੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਕੁੰਡੀਆਂ ਲਾਈਆਂ ਸੀ ਆਪ ਇਹ ਕੁੰਡੀਆਂ ਕੱਟਣ ਗਏ ਸੀਗੇ। ਇਹ ਵੀ ਖਬਰ ਆਈ ਸੀ। ਹੁਣ ਕਿਹਨੂੰ ਮੰਨਾਂਗੇ ਸਹੀ? ਅਸੀਂ ਬਿਲਕੁਲ ਅਸੀਂ ਕਿਸੇ ਦੇ ਵਿਰੋਧੀ ਨਹੀਂ। ਜਿੱਥੇ ਕੇਜਰੀਵਾਲ ਗਲਤ ਹੈ ਗਲਤ ਕਵਾਂਗੇ, ਜਿੱਥੇ ਭਗਵੰਤ ਮਾਨ ਸਹੀ ਹੈ ਗਲਤ ਕਵਾਂਗੇ, ਠੀਕ ਹੈ ਨਾ ਜੀ? ਮਤਲਬ ਇਹ ਨਹੀਂ ਕਿ ਤੁਸੀਂ ਇਸ ਮੰਚ ਤੇ ਬੋਲ ਜਾਓ ਕੱਲ ਨੂੰ ਚਿੱਠੀ ਆ ਜੇ ਇੱਥੋਂ ਵਾਲਿਆਂ ਦੀ ਮੁੜ ਕੇ ਮੈਂ ਜਵਾਬ ਦਿੰਦਾ ਫਿਰਾਂ। ਆਈ ਡੋਂਟ ਕੇਅਰ ਅਬਾਊਟ ਦੈਟ, ਹੈ ਨਾ? ਅਗਲੀ ਕਾਲ ਪਲੀਜ਼। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ, ਪੱਟੀ ਸਤਿ ਸਾਹਿਬ। ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਿਰਕ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਇੱਕ ਮਿੰਟ ਤੇ ਤੁਹਾਡਾ ਜਿਹੜਾ ਸਿੰਗੜੇ ਬਾਰੇ ਇੱਕ ਆਪਣੇ ਖਿਆਲ ਦੇਣੇ ਨੇ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਹਨਾਂ ਨੇ ਕੀਤਾ ਨਾ, ਉਹਨਾਂ ਨੂੰ ਸੱਦਿਆ ਹੈ, ਪ੍ਰਾਈਵੇਟ ਕੋਠੀ ਸੀ, ਉਹਦੇ ਵਿੱਚ ਸਾਰੇ ਕੈਮਰੇ ਲੱਗੇ ਸੀਗੇ, ਉਹਦੇ ਸਾਹਮਣੇ ਮੰਨਿਆ। ਅੱਛਾ, ਹੋ ਸਕਦਾ। ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਤੂੰ ਆਪ ਮੁੱਕਰ ਵੀ ਜਾਂਦਾ ਸਭ ਕੁਝ ਠੀਕ ਹੈ। ਦੂਜੀ ਗੱਲ ਇਹ ਹੈ, ਤੁਸੀਂ ਕਹਿੰਦੇ ਪੈਸੇ ਲੈ ਕੇ ਨਹੀਂ ਆਉਂਦਾ। ਇੱਕ ਸਰਕਾਰੀ ਆਫਿਸਰ ਨੂੰ ਕਹਿੰਦਾ ਵੀ ਤੂੰ ਮੈਨੂੰ ਦੇ, ਉਹਦੇ ਕੋਲ ਦਵਾ। ਜਦੋਂ ਸਰਕਾਰੀ ਅਫਸਰ ਲਿਆ ਕੇ ਪੈਸੇ ਦਿੰਦਾ ਤੇ ਕੱਲ ਨੂੰ ਕੋਰਟ ਨੇ ਕਹਿਣਾ ਇਹ ਕੀ ਪਤਾ ਇਹਨੇ ਲਿਆਂਦੇ ਨੇ ਕੋਨੇ ਲਿਆਂਦੇ ਨੇ। ਮੇਰਾ ਖਿਆਲ ਸਰਕਾਰੀ ਅਫਸਰ ਨੇ ਜੋ ਕੁਛ ਕੀਤਾ ਤੇ ਭਗਵਾਨ ਨੇ ਜੋ ਡਿਸੀਜਨ ਲਿਆ ਮੇਰੇ ਮੁਤਾਬਕ ਠੀਕ ਹੈ। ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਵੀ ਠੀਕ ਹੋ ਸਕਦਾ। ਮੇਰਾ ਹੁਣ ਕੁਐਸਚਨ ਹੈ ਪਲੀਜ਼ ਜੀ। ਤੁਸੀਂ ਅਗਰਵਾਲ ਦਾ ਨਾਮ ਸੁਣਿਆ ਨਾ, ਪਹਿਲਾਂ ਹੋਮ ਸੈਕਟਰੀ ਹੁੰਦਾ ਸੀ। ਜੀ ਉਹਨੇ ਕੋਰਟ ਚ ਅੱਜ ਮਾਫੀ ਮੰਗੀ ਹੈ ਤੇ ਮੈਂ ਬੜਾ ਹੈਰਾਨ ਸੀ ਵੀ ਘਰ ਦੇ ਮੁਖੀਏ ਨੂੰ ਜੇ ਪਤਾ ਹੀ ਨਾ ਹੋਵੇ ਸਾਡੇ ਪਰਿਵਾਰ ਦੇ ਵਿੱਚ ਕਿਹਨੇ ਰੋਟੀ ਖਾ ਲਈ ਹੈ ਕਿਹਨੇ ਨਹੀਂ ਖਾਧੀ, ਕਿਉਂ ਰੁੱਸਿਆ, ਉਹਦੀ ਕੀ ਲੋੜ ਹੈ, ਤਾਂ ਦੱਸੋ ਫਿਰ ਉਸ ਆਫਿਸ ਦਾ ਕੀ ਫਾਇਦਾ ਹੈ? ਭੱਟੀ ਸਾਹਿਬ ਦਿਓ ਜਵਾਬ। ਹੈ ਅਗਲਾ ਬੜਾ ਅਹਿਮ ਕੁਐਸਚਨ ਆ ਮੇਰੇ ਕੋਲ। ਦੇਖੋ ਪਤਾ ਤੁਸੀਂ ਸਵਾਲ ਕਰ ਲਓ, ਪਹਿਲਾਂ ਨਾਲ ਜਵਾਬ ਦੇਣਾ ਇੱਕ ਵਾਰ। ਨਹੀਂ ਉਹ ਵੱਖਰਾ ਹੈ, ਇਹਦੇ ਨਾਲ ਨਹੀਂ ਰਿਲੇਟਡ। ਜਿਹੜੀ ਇਹ ਟੀਚਰਾਂ ਦੀ ਗੱਲ ਕਰਦੇ ਤੁਸੀਂ ਜੀ? ਅਗਰਵਾਲ ਸਾਹਿਬ ਦੀ। ਹਾਂਜੀ ਉਹੀ ਟੀਚਰ ਵਾਲੀ। ਟੀਚਰਾਂ ਦੀ ਗੱਲ ਕਰਦੇ ਨੇ। ਟੀਚਰਾਂ ਦੀ ਵੇਖੋ ਉੱਥੇ ਪ੍ਰਬੰਧ ਪੂਰੇ ਨਹੀਂ ਸੀ ਹੈਗੇ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਹੁਣ ਜਦੋਂ ਇਹ ਟੀਚਰ ਗਏ ਨੇ ਸਵੇਰੇ 5 ਵਜੇ ਕੋਈ ਤੁਰਿਆ, ਕੋਈ 4 ਵਜੇ ਤੁਰਿਆ, ਬੱਸ ਤੇ ਗਿਆ, ਕੋਈ ਟੈਕਸੀ ਤੇ ਗਿਆ, ਕੋਈ ਕਾਰ ਤੇ ਗਿਆ। ਬਹੁਤੇ ਟੀਚਰ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹ ਬਰਦਾਸ਼ਤ ਨਹੀਂ ਕਰ ਸਕਦੇ। ਜਦੋਂ ਰੋਟੀ ਦਾ ਟਾਈਮ ਆਇਆ ਤੇ ਉਹ ਪੈ ਗਏ ਇੱਕ ਸਾਥ ਜਿੱਦਾਂ ਹੁੰਦਾ ਪਿੰਡੂ ਟਾਈਮ ਦੇ। ਬਿਲਕੁਲ ਨਹੀਂ ਪੈਣਾ ਚਾਹੀਦਾ, ਨਹੀਂ ਪੈਣਾ ਚਾਹੀਦਾ। ਨਹੀਂ ਮੈਂ ਆਪਾਂ ਨੂੰ ਉਹਨੇ ਮਾਫੀ ਇਸ ਗੱਲ ਦੀ ਮੰਗੀ ਹੈ ਕਿ ਸਾਡੇ ਕੋਲ ਪ੍ਰੋਪਰ ਪ੍ਰਬੰਧ ਨਹੀਂ ਹੋ ਸਕੇ। ਅੱਛਾ ਗੱਲ ਠੀਕ ਹੈ, ਪ੍ਰੋਪਰ ਪ੍ਰਬੰਧ ਨਹੀਂ ਹੋਏਗਾ ਉਹਨਾਂ ਹੋ ਸਕੇ। ਚਲੋ ਇਸ ਕਰਕੇ ਤੁਹਾਨੂੰ ਪਤਾ ਜਿਹੜੀ DTF ਆ ਨਾ, DTF ਤੇ ਐਕਸ਼ਨ ਲਿਆ ਸੀ ਬਕਾਇਦ। DTF ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਤੁਸੀਂ ਸਾਡੇ ਨੂੰ ਇਮੀਡੀਏਟ ਕਰ ਰਹੇ ਹੋ ਪ੍ਰਿੰਸੀਪਲ ਅਤੇ ਹੈਡਮਾਸਟਰ ਜੀ, ਅਸੀਂ ਇਮੀਡੀਏਟ ਨਹੀਂ ਹੋਣ ਦੇਵਾਂਗੇ। ਤੁਹਾਨੂੰ ਪਤਾ ਸਰਕਾਰਾਂ ਫਿਰ ਡਰ ਵੀ ਜਾਂਦੀਆਂ ਨਾ ਟੀਚਰਾਂ ਤੇ ਪਟਵਾਰੀਆਂ ਤੇ ਬੰਦੇ ਕੋਲ ਜੀ। ਇੱਕ ਬੜਾ ਵੱਡਾ ਕੁਐਸਚਨ ਆ, ਲਾਈਨਾਂ ਫਲੈਸ਼ ਹੋ ਰਹੀਆਂ ਨੇ, ਕਾਲ ਨਹੀਂ ਸੀ ਕੋਈ ਲਵਾਂਗੇ ਕਿਉਂਕਿ ਸਵੇਰੇ ਅਸੀਂ 7 ਵਜੇ ਉੱਠਣਾ ਤੇ ਕੱਲ ਅਰਸ਼ ਛੁੱਟੀ ਤੇ ਹੈ। ਇੱਕ ਥੋੜੀ ਜਿਹੀ ਮੈਂ ਗੱਲ ਕਰਨ ਲੱਗਿਆ ਜੀ, ਜਦੋਂ ਅਸੀਂ 20 ਵਜੇ ਨਾ
ਸਾਡੇ ਘੱਟ ਹੁੰਦੇ ਆ। ਜੇ ਹੁਣ ਅਸੀਂ ਕਾਂਗਰਸ ਨੂੰ ਕਹਿ ਦਿੰਦੇ ਫਲਾਣੀ ਗੱਲ ਦੇ ਉੱਤੇ ਆਪਣੀ ਰਾਏ ਦਿਓ ਤੇ ਮੇਰੇ ਖਿਆਲ 5 ਮਿੰਟ ਬਤਾ ਦਿਓ 35 ਕਿ 40 ਗੱਲਾਂ ਆ ਗਈਆਂ। ਪੱਟੀ ਸਾਹਿਬ ਵੀਵਰਸ ਦੇ ਉੱਤੇ ਆਪਾਂ ਤਾਂ ਮਤਲਬ ਜਿਹੜਾ ਵੀਵਰ ਹੈ ਦੈਟਸ ਡਿਫਰੈਂਟ। ਰੰਗਲਾ ਪੰਜਾਬ ਦੀ ਬੈਕਬੋਨ ਆ CJMR 1320 ਜੀ 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 ਵੀਵਰਸ ਦਾ ਤਾਂ ਮੈਂ ਸਵੇਰੇ ਵੀ ਬੋਲਿਆ ਸੀ, ਮੈਨੂੰ ਫੋਨ ਆਇਆ ਤੁਹਾਡੇ ਵੀਵਰਸ ਘਾਟਾ ਵਧਾਉਣੇ ਆ। ਉਹਨਾਂ ਨੇ $500 ਲੈਣਾ ਜਿਹੜਾ ਮੇਰੇ ਵਾਸਤੇ ਪੀਨਟ ਆ ਅੱਛਾ 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 ਤੇ 1.56 ਮਿਲੀਅਨ ਤੁਹਾਨੂੰ ਵੀਵਰ ਦਿਖਿਆ ਕਰੂਗਾ। 700 800 1.6 1.2 1.8 2.5 ਤੁਹਾਨੂੰ ਲਾਈਵ ਦਿਖਿਆ ਕਰਨਗੇ ਵੀ ਇੰਨੇ ਬੰਦੇ ਤੁਹਾਨੂੰ ਦੇਖ ਰਹੇ ਆ, ਜਿਹੜਾ ਕਿ ਸ਼ਰੇਆਮ ਝੂਠ ਹੈ। ਜੀ 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 ਆਪਣੀ ਬੈਕਬੋਨ ਰੰਗਲਾ ਪੰਜਾਬ ਦੇ CJMR 1320 ਮੀਟਰ ਬੈਂਡ ਦੇ ਸਰੋਤੇ ਤੇ ਦਰਸ਼ਕ ਜਿਹੜੇ ਘਰਾਂ 'ਚ ਦੇਖ ਰਹੇ। ਬਿਲਕੁਲ ਜੀ ਬਿਲਕੁਲ। ਵਿਸ਼ਵ ਹਿੰਦੂ ਮੈਂ ਹੁਣੇ ਇੱਥੇ ਪੁੱਠੀ ਜੀ ਗੱਲ ਕਰਦਾ, ਵੀਵਰ ਕੱਲ ਨੂੰ ਮਿਲੀਅਨ ਹੋ ਜਾਣੇ ਆ, ਮੈਨੂੰ ਪਤਾ ਹੈ ਟ੍ਰਿਕ ਹੁੰਦੇ ਆ, ਪਰ ਆਪਾਂ ਗਾਲਾਂ ਨਹੀਂ ਖਾ ਸਕਦੇ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੰਜਾਬ ਦੇ ਆਗੂ ਨੇ ਵਿਜੇ ਭਾਰਤਵਾਜ ਸਾਹਿਬ, ਬਹੁਤ ਵਧੀਆ ਬਿਆਨ ਉਹਨਾਂ ਨੇ ਦਿੱਤਾ। ਅੱਜ ਦੇ ਮੌਜੂਦਾ ਹਾਲਾਤ ਉਹਨਾਂ ਨੇ ਕਿਹਾ ਹਿੰਦੂ ਵੀਰਾਂ ਨੂੰ ਵੀ ਘਰ ਵਿੱਚ ਹਥਿਆਰ ਰੱਖਣਾ ਚਾਹੀਦਾ। ਡੈਫੀਨੇਟਲੀ ਜੀ ਗੁੰਡਿਆਂ ਨੂੰ ਨੱਥ ਪਾਉਣ ਵਾਸਤੇ, ਬਦਮਾਸ਼ਾਂ ਨੂੰ ਨੱਥ ਪਾਉਣ ਵਾਸਤੇ ਹਰ ਬੰਦੇ ਨੂੰ ਤਿਆਰ ਰਹਿਣਾ ਚਾਹੀਦਾ। ਕੀ ਕਹਿਣਾ ਚਾਹੋਗੇ? ਔਰ ਉਸ ਬੰਦੇ ਨੇ ਜਥੇਦਾਰ ਦੇ ਬਿਆਨ ਦੀ ਤਾਰੀਫ ਕੀਤੀ ਜੀ ਕਿ ਜਥੇਦਾਰ ਨੇ ਠੀਕ ਕਿਹਾ ਕਿ ਆਪਣੀ ਸੈਲਫ ਡਿਫੈਂਸ ਵਾਸਤੇ ਕੋਈ ਨਾ ਕੋਈ ਤੁਹਾਡੇ ਕੋਲ ਹਥਿਆਰ ਹੋਣਾ ਚਾਹੀਦਾ। ਤੇ ਉਹਨੇ ਕਿਹਾ ਵੀ ਹਿੰਦੂ ਵੀਰਾਂ ਨੂੰ ਵੀ ਕਹਿਣਾ, ਡੈਫੀਨੇਟਲੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਪਣੇ ਪੰਜਾਬ ਦਾ ਆਗੂ ਹੋਣ ਦੇ ਨਾਤੇ ਹਿੰਦੂ ਵੀਰਾਂ ਨੂੰ ਕਹਿਣਾ ਵੀ ਉਹ ਵੀ ਆਪਣੀ ਸੈਲਫ ਡਿਫੈਂਸ ਵਾਸਤੇ ਆਪਣੇ ਹਥਿਆਰ ਰੱਖਣ। ਜੀ ਹੁਣ ਜਵਾਬ ਦਿਓ ਜੀ। ਅੱਜ ਜਿਹੜੇ ਜਥੇਦਾਰ ਦੇ ਖਿਲਾਫ ਬੋਲਦੇ ਜੀ, ਬੋਲੋ ਹੁਣ ਇੱਥੇ ਬੋਲਦੇ ਹੋ। ਬੋਲੋ ਹੁਣ ਬੋਲੋ। ਹੁਣ ਤਾਂ ਤੁਹਾਡੀ ਬੋਲਤੀ ਬੰਦ ਹੋ ਗਈ ਹੈ। ਹੁਣ ਨਹੀਂ ਬੋਲੇ, ਦਿਓ ਜਵਾਬ। ਉੱਥੇ ਹੁਣ ਜਥੇਦਾਰ ਤੇ ਦੁਆਲੇ ਹੋ ਗਏ ਸਾਰੇ, ਪਿਛਲੇ ਕਰਕੇ ਸਾਰੇ ਉੱਥੇ ਸਾਡੇ ਆਪਣੇ ਦੁਆਲੇ ਤੇ ਬਾਕੀ ਕਿੰਨੀ ਕਿਹੜੀ ਗੱਲ ਆ। ਉਹ ਸਾਡਿਆਂ ਨੂੰ ਪਤਾ ਹੀ ਕੋਈ ਨਹੀਂ ਕੱਲ ਸਿਧਾਂਤ ਕੀ ਸੀ, ਕੱਲ ਦਿਨ ਕਿਹੜਾ ਸੀ। ਇਹਨਾਂ ਨੂੰ ਪੁੱਛੋ ਕਿ ਗੁਰੂ ਹਰਗੋਬਿੰਦ ਸਾਹਿਬ ਕਿੰਨਵੇਂ ਗੁਰੂ ਨੇ, ਅੱਧਿਆਂ ਨੂੰ ਪਤਾ ਹੀ ਨਹੀਂ ਹੋਣਾ। ਤੇ ਮੈਨੂੰ ਚਾਹੁੰਦਾ ਸਭ ਸੋਚ ਵੀ ਇਸ ਗੱਲ ਦਾ ਹੀ ਆ। ਇਹ ਗੱਲ ਆਪਾਂ ਹੀ ਕੀਤੀ, ਬਾਕੀ ਕੀਤੀ ਵੀ ਨਹੀਂ ਕਿਸੇ ਨਾ ਕਰੇ ਕੋਈ, ਇਹੀ ਫਰਜ਼ ਨਿਭਾਉਣਾ ਆਪਣਾ ਨਿਭਾ ਦਿੱਤਾ। Who cares? ਠੀਕ ਹੈ ਨਾ। ਹਥਿਆਰ ਰੱਖਣਾ ਮਾੜੀ ਗੱਲ ਕੋਈ ਨਹੀਂ ਜੀ। ਹਥਿਆਰ ਰੱਖੋ ਆਪਣੀ ਸਭ ਰੱਖਿਆ ਵਾਸਤੇ। ਮੈਂ ਕਹਿੰਦਾ ਜੀ ਜੇ ਜਹੇਦਾਰ ਸਾਹਿਬ ਨੇ ਨਸ਼ਿਆਂ ਦੀ ਗੱਲ ਕੀਤੀ ਹੈ ਤੇ ਆ ਜਿਹੜੇ ਨਸ਼ਿਆਂ ਦੇ ਢੰਡੋਰਾ ਪੁੱਟਣ ਵਾਲੇ ਅੱਜ ਉਹਨਾਂ ਦੇ ਜ਼ਬਾਨਾਂ ਸੁੱਤੀਆਂ ਕਿਉਂ ਨੇ? ਨਸ਼ੇ ਦੀ ਵੀ ਬਾਰੇ ਬੋਲਿਆ ਵੀ ਨਸ਼ਿਆਂ ਤੋਂ ਵੀ ਰਹਿਤ ਹੋਵੋ। ਜੀ 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 ਇਹ ਤਾਂ ਗੱਲ ਦਿਖੀ ਨਹੀਂ, ਇਹ ਨਹੀਂ ਸੁਣਾਈ ਦਿੱਤੀ। ਜਹੇਦਾਰ ਸਾਹਿਬ ਨੇ ਨਸ਼ਿਆਂ ਤੋਂ ਵੀ ਰਹਿਤ ਹੋਣ ਦੀ ਗੱਲ ਕੀਤੀ, ਨਸ਼ੇ ਛੱਡਣ ਦੀ ਵੀ ਗੱਲ ਕੀਤੀ ਹੈ। ਜਿੱਥੇ ਜਹੇਦਾਰ ਸਾਹਿਬ ਨੂੰ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ ਕਰਾਂਗੇ, ਪਰ ਜਿੱਥੇ ਉਹਨਾਂ ਨੇ ਸਹੀ ਗੱਲ ਕਹੀ ਆ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਗੱਲ ਕੀਤੀ ਹੈ ਤੇ ਇਤਿਹਾਸ ਦੱਸਿਆ। ਇਤਿਹਾਸ ਕੀ ਸੀ ਉਸ ਦਿਨ, ਕਿਹੜੀ ਗੱਲ ਗੁਰਤਾ ਗੱਦੀ ਦਿਵਸ ਸੀਗਾ, ਤੇ ਉਹਨਾਂ ਨੇ ਜੇ ਗੱਲ ਕਹੀ ਹੈ ਲਿੰਕ ਜੋੜ ਕੇ ਦੱਸੀ ਆ ਤੇ ਕੋਈ ਮਾੜੀ ਗੱਲ ਨਹੀਂ। ਪਰ ਮੈਂ ਤਾਂ ਕੱਲ ਵੀ ਗੱਲ ਕਹੀ ਸੀ, ਗਲੀ 'ਚ ਕੁੱਤਾ ਵੇਖ ਕੇ ਡਰਨ ਵਾਲਾ ਸੋਟਾ ਲੱਭਦਾ। ਹਾਂਜੀ ਬਿਲਕੁਲ ਬਸ ਇੰਨੀ ਕੀ ਗੱਲ ਸਮਝੇ, ਬਾਕੀ ਦੀ ਦੂਰ ਦੀ ਗੱਲ ਹੈ। ਕੁੱਤਾ ਵੇਖ ਕੇ ਡਰ ਕੇ ਸੋਟਾ ਲੱਭਦਾ, ਜੇ ਇੱਟ ਫੜਦਾ ਉਦੋਂ ਵੀ ਨਾ ਫੜ, ਉਹ ਵੀ ਹਥਿਆਰ ਹੀ ਆ। ਬਿਲਕੁਲ ਤੇ 4 ਲੱਖ ਤੋਂ ਉੱਤੇ ਅੱਜ ਪੰਜਾਬ ਦੇ ਵਿੱਚ ਹਥਿਆਰ ਨੇ ਲਾਇਸੈਂਸੀ, ਤੇ ਉਹ ਲਾਇਸੈਂਸੀ ਹਥਿਆਰਾਂ ਵਾਲੇ ਕਿੰਨਾ ਕੁ ਉੱਥੇ ਕਤਲੇਆਮ ਕਰਦੇ ਫਿਰਦੇ ਨੇ ਦੱਸੋ। ਲੋਕੀ ਕਿੰਨੇ ਕੁ ਗੁੰਮਰਾਹ ਹੋ ਗਏ ਨੇ, ਮੁੰਡੇ ਕਿੰਨੇ ਕੁ ਗੁੰਮਰਾਹ 4 ਲੱਖ ਦੇ ਕਰੀਬ ਆ ਜੀ। 3,90,000 ਜਾਂ 275 ਨੇ ਜੀ। ਤੇ ਫਿਰ ਦੱਸੋ ਉਹਨਾਂ ਦੇ ਬੱਚੇ ਪੜ੍ਹਦੇ ਨੇ। ਐਵੇਂ ਗੱਲਾਂ ਨੂੰ ਗੱਲ ਬਣਾਈ ਜਾਣਾ, ਗੱਲ ਨੂੰ ਸਮਝਣਾ ਨਹੀਂ ਵੀ ਗੱਲ ਫਲਸਫਾ ਕੀ ਆ। ਪੱਟੀ ਸਾਹਿਬ ਬਹੁਤ ਥੈਂਕ ਯੂ। ਆਪਾਂ ਕੱਲ ਅਰਸ਼ ਨਹੀਂ ਬਿਲਕੁਲ ਸਹੀ ਆ। ਅਰਸ਼ ਚਾਵਲਾ ਮਾਣ ਵਾਲੀ ਗੱਲ ਹੈ ਕਿ ਪਹਿਲੇ 30 ਜਿਹੜੇ ਕੈਨੇਡਾ ਦੇ ਚੰਗੇ ਰਿਆਲਟਰ ਜਿਨ੍ਹਾਂ ਨੇ ਚੰਗਾ ਕੀਤਾ ਰੀਮੈਕਸ ਦੇ ਵਿੱਚ, ਉਹਨਾਂ ਨੂੰ ਉਹਨਾਂ ਦੀ ਕੰਪਨੀ ਪੈਰਿਸ ਲੈ ਕੇ ਗਈ ਹੈ। ਪੈਰਿਸ 30 ਤੇ ਮੈਨੂੰ ਮਾਣ ਹੈ ਕਿ 1.5 ਸਾਲ ਦੇ ਵਿੱਚ ਕਮਿਊਨਿਟੀ ਨੇ, ਭਾਈਚਾਰੇ ਨੇ ਉਹਨਾਂ ਨੂੰ ਇਸ ਮੁਕਾਮ ਤੇ ਜਾਂ ਉਹਦੀ ਆਪਣੀ ਮਿਹਨਤ ਆ ਜਾਂ ਆਪਣੇ ਲਿੰਕ ਨੇ ਕਿ ਉਹ ਪਹੁੰਚਿਆ ਤੇ ਉਸਨੇ ਇਹ ਮੁਕਾਮ ਹਾਸਲ ਕੀਤਾ। ਤੇ 30 ਬੰਦਿਆਂ ਨੂੰ ਲੈ ਕੇ ਗਏ ਨੇ ਸਪੈਸ਼ਲ ਤੌਰ ਤੇ ਜਿਹੜਾ ਪੈਰਿਸ ਦੇ ਵਿੱਚ, ਤੇ ਉਹ ਹੁਣ 3-4 ਦਿਨ ਛੁੱਟੀ ਦੇ ਨੇ ਤੇ ਸਵੇਰੇ ਗੁੱਡ ਮਾਰਨਿੰਗ ਸ਼ੋਅ ਵੀ ਮੇਰੀ ਡਿਊਟੀ ਹੈ। ਇਸ ਕਰਕੇ ਮੈਂ ਤੁਹਾਥੋਂ ਆਗਿਆ ਲੈਣਾ ਤੇ ਅਰਸ਼ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਟ੍ਰਿਪ ਦਾ ਨਾਈਸ ਰਵੇ, ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।